ਇਸ ਜ਼ਰੂਰ ਖੁਦਾਵੰਦ ਯਿਸੂ ਮਸੀਹ ਦੀ ਪਾਕ ਪਵਿੱਤਰ ਜ਼ਰੂਰ ਵਿੱਚ ਮੈਂ ਸ਼ੁਕਰ ਕਰਦੀ ਹਾਂ ਅੱਜ ਦੇ ਉਹਦੇ ਸੋਹਣੇ ਦਿਨ ਦਾ ਕਿ ਉਹਨੇ ਜਿਉਂਦੇ ਜ਼ਮੀਨ ਦੇ ਉੱਤੇ ਰੱਖਿਆ ਤੇ ਉਹਨੇ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਫਿਰ ਲਿਆ ਬਿਠਾਇਆ, ਕਿਉਂਕਿ ਕੋਈ ਆਪਣੀ ਮਰਜ਼ੀ ਨਾਲ ਉਹਦੀ ਹਜ਼ੂਰੀ ਵਿੱਚ ਨਹੀਂ ਬੈਠ ਸਕਦਾ। ਤੇ ਅਸੀਂ ਦੇਖਣ ਜਾ ਰਹੇ ਹਾਂ ਫਿਰ ਦੁਬਾਰਾ ਅੱਜ ਇੱਕ ਵਾਰੀ ਪੈਦਾਇਸ਼ ਦਾ 8ਵਾਂ ਚੈਪਟਰ, ਜਿਹਦੇ ਵਿੱਚ ਕਿ ਪਾਣੀ ਦਾ ਅੰਤ ਕਿਸ ਤਰ੍ਹਾਂ ਹੋਇਆ ਜ਼ਮੀਨ ਤੋਂ। ਜਲ ਪਰਲ ਦਾ ਅੰਤ, ਫਿਰ ਪਰਮੇਸ਼ਰ ਨੇ ਨੂਹ ਨੂੰ, ਹਰ ਜੰਗਲੀ ਜਾਨਵਰ ਨੂੰ, ਉਸ ਹਰ ਡੰਗਰ ਨੂੰ ਜੋ ਉਹਦੇ ਨਾਲ ਕਿਸ਼ਤੀ ਵਿੱਚ ਸੀ ਤੇ ਯਾਦ ਕੀਤਾ ਤੇ ਪਰਮੇਸ਼ਰ ਨੇ ਧਰਤੀ ਤੇ ਹਵਾ ਵਗਾਈ ਅਤੇ ਪਾਣੀ ਘਟਣ ਲੱਗ ਪਿਆ। ਡੂੰਘਾਈ ਦੇ ਸੋਤੇ ਔਰ ਆਕਾਸ਼ੋਂ ਵਰਸ਼ਾ ਖੰਮ ਗਈ ਅਤੇ ਪਾਣੀ ਧਰਤੀ ਉੱਤੋਂ ਮੋੜੇ ਪਾ ਗਿਆ। 150 ਦਿਨਾਂ ਦੇ ਅੰਤ ਵਿੱਚ ਪਾਣੀ ਲੱਥ ਗਿਆ। ਕਸ਼ਤੀ 7ਵੇਂ ਮਹੀਨੇ ਦੇ 17ਵੇਂ ਦਿਨ ਅਰਾਰਤ ਪਹਾੜ ਤੇ ਟਿਕ ਗਈ ਅਤੇ ਪਾਣੀ 10ਵੇਂ ਮਹੀਨੇ ਤੱਕ ਘਟਦਾ ਗਿਆ। 10ਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਟੀਸੀਆਂ ਦਿਸ ਪਈਆਂ ਤੇ ਇਉਂ ਹੋਇਆ ਕਿ 40 ਦਿਨਾਂ ਦੇ ਅੰਤ ਵਿੱਚ ਨੂਹ ਨੇ ਕਸ਼ਤੀ ਨੂੰ ਦੁਬਾਰਾ ਖਿੜਕੀ ਦੇ ਰਾਹੀਂ ਦੇਖਿਆ ਅਤੇ ਉਸਨੇ ਜਿਹੜੀ ਖਿੜਕੀ ਉਸਨੇ ਬਣਾਈ ਸੀ ਉਸਨੂੰ ਖੋਲ ਦਿੱਤਾ ਅਤੇ ਇੱਕ ਪਹਾੜੀ ਕਾਂ ਛੱਡਿਆ। ਜਦ ਪਾਣੀ ਧਰਤੀ ਉੱਤੋਂ ਸੁੱਕ ਗਿਆ, ਜਿੰਨਾ ਚਿਰ ਉਹ ਆਉਂਦਾ ਜਾਂਦਾ ਰਿਹਾ, ਅਤੇ ਇੱਕ ਘੁੱਗੀ ਨੂੰ ਵੀ ਆਪਣੇ ਵੱਲੋਂ ਛੱਡਿਆ ਤਾਂ ਜੋ ਉਹ ਦੇਖੇ ਕਿ ਜ਼ਮੀਨ ਉੱਤੇ ਪਾਣੀ ਘਟਿਆ ਹੈ ਕਿ ਨਹੀਂ। ਉਸ ਘੁੱਗੀ ਨੂੰ ਆਪਣੇ ਪੰਜੇ ਲਈ ਕੋਈ ਟਿਕਾਣਾ ਨਾ ਲੱਭਿਆ ਤੇ ਫਿਰ ਕਸ਼ਤੀ ਵਿੱਚ ਉਹਦੇ ਕੋਲ ਮੁੜ ਆਈ ਤਾਂ ਜੋ ਪਾਣੀ ਸਾਰੀ ਧਰਤੀ ਉੱਤੇ ਹਜੇ ਸੀ। ਤਾਂ ਉਸਨੇ ਆਪਣਾ ਹੱਥ ਵਧਾ ਕੇ ਉਸਨੂੰ ਫੜ ਲਿਆ ਅਤੇ ਆਪਣੇ ਕੋਲ ਕਸ਼ਤੀ ਵਿੱਚ ਰੱਖ ਲਿਆ ਤੇ ਉਹਨੇ 7 ਦਿਨ ਹੋਰ ਠਹਿਰ ਕੇ ਫਿਰ ਕਸ਼ਤੀ ਵਿੱਚ ਉਸਨੂੰ ਰੱਖ ਲਿਆ। ਤੇ ਜਦੋਂ ਉਸਨੇ 7 ਦਿਨਾਂ ਬਾਅਦ ਉਸਨੂੰ ਦੁਬਾਰਾ ਛੱਡਿਆ ਤੇ ਘੁੱਗੀ ਸ਼ਾਮ ਨੂੰ ਉਹਦੇ ਕੋਲ ਜਦੋਂ ਆਈ ਤਾਂ ਉਹਦੀ ਚੁੰਝ ਵਿੱਚ ਜਤੋਂਦਾ ਤਾਜ਼ਾ ਸਜਰਾ ਪੱਤਾ ਸੀ। ਤੇ ਉਹਨੂੰ ਜਾਣ ਲਿਆ ਕਿ ਹੁਣ ਧਰਤੀ ਉੱਤੋਂ ਪਾਣੀ ਘਟਣਾ ਸ਼ੁਰੂ ਹੋ ਗਿਆ। ਉਸਨੇ 7 ਦਿਨ ਹੋਰ ਠਹਿਰ ਕੇ ਫਿਰ ਘੁੱਗੀ ਨੂੰ ਦੁਬਾਰਾ ਛੱਡਿਆ ਤੇ ਉਹ ਮੁੜ ਕੇ ਉਹਦੇ ਕੋਲ ਆਈ। ਤਾਂ ਇਹ ਹੋਇਆ ਕਿ 601 ਵਰੇ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਾਣੀ ਧਰਤੀ ਤੋਂ ਸੁੱਕ ਗਿਆ। ਨੂਹ ਨੇ ਕਸ਼ਤੀ ਦੀ ਛੱਤ ਖੋਲ ਕੇ ਨਿਗਾਹ ਮਾਰੀ ਤਾਂ ਵੇਖੋ ਜ਼ਮੀਨ ਦੀ ਪਰਤ ਸੁੱਕ ਚੁੱਕੀ ਸੀ। ਦੂਜੇ ਮਹੀਨੇ ਦੇ 27ਵੇਂ ਦਿਨ ਧਰਤੀ ਸੁੱਕੀ ਪਈ ਸੀ। ਜਦ ਪਰਮੇਸ਼ਵਰ ਨੂਹ ਨਾਲ ਬੋਲਿਆ, ਕਸ਼ਤੀ ਵਿੱਚੋਂ ਨਿਕਲ ਜਾ ਤੇ ਤੇਰੀ ਔਰਤ, ਤੇਰੇ ਪੁੱਤਰ, ਤੇਰੀਆਂ ਨੂੰਹਾਂ ਵੀ ਤੇ ਹਰ ਇੱਕ ਜਾਨਵਰ ਨੂੰ ਜਿਹੜਾ ਤੇਰੇ ਕੋਲ ਹੈ, ਸਾਰੇ ਸ਼ਰੀਰਾਂ ਵਿੱਚੋਂ, ਅਰਥਾਤ ਸਾਰੇ ਪੰਛੀ ਔਰ ਡੰਗਰ ਔਰ ਧਰਤੀ ਉੱਤੇ ਘਿਸਣ ਵਾਲੇ ਨੂੰ ਤੂੰ ਆਪਣੇ ਨਾਲ ਬਾਹਰ ਕੱਢ ਲੈ ਤਾਂ ਜੋ ਉਹ ਧਰਤੀ ਉੱਤੇ ਫੈਲਣ, ਵਧਣ, ਫੁੱਲਣ ਤੇ ਧਰਤੀ ਉੱਤੇ ਵਧਣ। ਤਦ ਨੂਹ ਨੇ ਆਪਣੇ ਪੁੱਤਰ, ਆਪਣੀ ਪਤਨੀ ਅਤੇ ਆਪਣੇ ਨੂੰਹਾਂ ਦੇ ਨਾਲ ਬਾਹਰ ਨਿਕਲ ਕੇ ਹਰ ਜਾਨਵਰ, ਹਰ ਕਿਸਮ ਵਾਲਾ ਪੰਛੀ, ਹਰ ਧਰਤੀ ਉੱਪਰ ਚੱਲਣ ਵਾਲਾ ਆਪੋ ਆਪਣੀ ਜਾਤੀ ਦੇ ਅਨੁਸਾਰ ਕਿਸ਼ਤੀ ਵਿੱਚੋਂ ਬਾਹਰ ਕੱਢ ਲਿਆ। ਤਾਂ ਨੂਹ ਨੇ ਇੱਕ ਜਗਵੇਦੀ, ਇੱਕ ਮਜ਼ਬਾ ਬਣਾਇਆ ਤੇ ਸ਼ੁੱਧ ਡੰਗਰਾਂ ਔਰ ਸ਼ੁੱਧ ਪੰਛੀਆਂ ਵਿੱਚੋਂ ਲੈ ਕੇ ਉਸਨੇ ਜਗਵੇਦੀ ਤੇ ਹੋਮ ਦੀਆਂ ਬਲੀਆਂ ਚੜਾਈਆਂ। ਤੇ ਯਹੋਵਾ ਨੇ ਸੁਗੰਧ ਸੁੰਘੀ ਤੇ ਯਹੋਵਾ ਨੇ ਆਪਣੇ ਮਨ ਵਿੱਚ ਆਖਿਆ, ਮੈਂ ਫਿਰ ਕਦੀ ਜ਼ਮੀਨ ਨੂੰ ਆਦਮੀ ਦੇ ਕਾਰਨ ਸ਼ਰਾਬਤ ਨਹੀਂ ਕਰਾਂਗਾ, ਭਾਵੇਂ ਆਦਮੀ ਦੇ ਮਨ ਦੀ ਭਾਵਨਾ ਤਾਂ ਉਸਦੀ ਜਵਾਨੀ ਤੋਂ ਹੀ ਬੁਰੀ ਹੈ। ਤੇ ਮੈਂ ਫਿਰ ਕਦੀ ਵੀ ਸਰਬੱਤ ਜੀਆਂ ਨੂੰ ਨਹੀਂ ਮਾਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ। ਧਰਤੀ ਦੇ ਸਾਰੇ ਦਿਨਾਂ ਇੱਕ ਬੀਜਣ, ਵੱਢਣ ਅਤੇ ਪਾਲਾ ਔਰ ਧੁੱਪ ਔਰ ਹਾੜੀ ਔਰ ਸੋਣੀ ਔਰ ਦਿਨ ਰਾਤ ਨਹੀਂ ਮੁੱਕਣਗੇ। ਅਸੀਂ ਇੰਟਰਸਟਿੰਗਲੀ ਇਹ ਦੇਖਿਆ ਕਿ ਖੁਦਾ ਕਿੰਨਾ ਜਿਹੜਾ ਹੈ ਨਾ ਉਹ ਮਿਹਰਬਾਨ। ਅਸੀਂ ਇਹਦੀ ਐਕਸਪਲੇਨੇਸ਼ਨ ਦੇ ਵਿੱਚ ਵੀ ਦੇਖਣਾ ਹੈ ਕਿ ਅਸੀਂ ਇੱਥੇ ਦੇਖਦੇ ਹੈ ਕਿ ਖੁਦਾ ਨੇ ਜਦੋਂ ਮਤਲਬ ਨੂਹ ਨੂੰ ਚੇਤੇ ਕੀਤਾ, 8ਵੇਂ ਦੀ ਪਹਿਲੀ ਦੇ ਵਿੱਚ ਹੀ ਅਸੀਂ ਦੇਖ ਲੈਂਦੇ ਹਾਂ ਕਿ 40 ਦਿਨਾਂ ਦੀ ਬਰਸਾਤ ਦੀ ਭਰਪੂਰ ਵਰਖਾ ਤੋਂ ਬਾਅਦ ਜਦੋਂ ਧਰਤੀ ਤੇ ਸਾਰਾ ਕੁਝ ਖਤਮ ਹੋ ਗਿਆ, ਜਿਹੜੇ ਵੀ ਆਦਮੀ ਤੇ ਜਿਹੜੇ ਵੀ ਜਾਨਵਰ ਸੀਗੇ ਹਨਾ, ਤੇ ਉੱਥੇ ਕੋਈ ਵੀ ਹੋਰ ਨਹੀਂ ਸੀ ਲਿਵਿੰਗ ਬੀਇੰਗ ਬਾਕੀ ਛੱਡਿਆ। ਤੇ ਅਸੀਂ ਦੇਖਦੇ ਹਾਂ ਕਿ ਮਤਲਬ ਜਿੱਦਾਂ ਅਸੀਂ 7ਵੇਂ ਚੈਪਟਰ ਦੇ 24ਵੇਂ ਵਿੱਚ ਪੜ੍ਹਿਆ ਸੀਗਾ ਕਿ ਪਰ ਨੂਹ ਕਿਉਂ ਨਹੀਂ ਉਹਨੇ ਕੁਛ ਵੀ ਕਿਹਾ, ਕਿਉਂਕਿ ਉਹ ਇਮਾਨਦਾਰ ਸੀ ਤੇ ਉਹ ਉਸ ਬੁਰਾਈ ਦੇ ਵਿੱਚ ਉਹਨੇ ਖੁਦਾ ਦਾ ਕਹਿਣਾ ਮੰਨ ਕੇ ਕਸ਼ਤੀ ਬਣਾਈ ਸੀ। ਜਿਸ ਤਰੀਕੇ ਨਾਲ ਉਹਨੂੰ ਕਿਹਾ, ਬਿਲਕੁਲ ਉਸ ਤਰੀਕੇ ਨਾਲ, ਆਪਣੀ ਮਰਜ਼ੀ ਮੁਤਾਬਿਕ ਨਹੀਂ ਕਿ ਆਪਣੀ ਮਰਜ਼ੀ ਮੁਤਾਬਿਕ ਕਿਸੇ ਹੋਰ ਦੀ ਖਿਲਾਫ ਲੈ ਕੇ ਕੁਛ ਹੋਰ ਕਰਦਾ ਹੋਵੇ, ਨਹੀਂ, ਉਸ ਤੇ ਸਲਾਹ ਲੈ ਰਿਹਾ ਸੀ ਆਤਮਾਵਾਨ ਦੀ, ਪਰਮੇਸ਼ਰ ਦੀ, ਕਿਸੇ ਹੋਰ ਦੀ ਸਲਾਹ ਸੀ ਮੰਗਿਆ। ਇੱਥੋਂ ਤੱਕ ਕਿ ਆਪਣੇ ਬੱਚਿਆਂ ਨੇ ਨਹੀਂ ਆਪਣੀ ਤੇ ਆਪਣੇ ਪੁੱਤਾਂ ਨੂੰ ਵੀ ਉਹਨੇ ਨਹੀਂ ਆਪਣੇ ਇੰਡਲਜ ਹੋਣ ਦਿੱਤਾ। ਬੜਾ ਵੱਡਾ ਸਾਨੂੰ ਉਹਦਾ ਜਿਹੜਾ ਨਾ ਓਬੀਡੀਐਂਟ ਦਾ ਪਾਤਰ ਜਿਹੜਾ ਨਜ਼ਰ ਆਉਂਦਾ ਰੁਤਬਾ ਨਾ। ਅਸੀਂ ਦੇਖਿਆ ਕਿ ਉਸ ਤੋਂ ਬਾਅਦ ਅਸੀਂ ਦੇਖਦੇ ਕਿ ਸਾਰੇ ਜਾਨਵਰਾਂ ਨੂੰ ਸੰਭਾਲ ਕੇ ਕਿਸ ਤਰ੍ਹਾਂ ਰੱਖਿਆ, ਬਾਹਰ ਕੱਢਿਆ ਤੇ ਇੱਕ ਧਰਤੀ ਦੇ ਮਤਲਬ ਕਿਸ ਤਰ੍ਹਾਂ ਯਕੀਨ ਸੀ ਖੁਦਾਵੰਦ ਨੂੰ ਉਹਦੇ ਉੱਤੇ, ਤੇ ਕਿੰਨਾ ਯਕੀਨ ਸੀ
ਉਹਨੂੰ ਆਪਣੇ ਮਤਲਬ ਉਸ ਕੰਮ ਉੱਤੇ ਜਿਹੜਾ ਉਹ ਕਰ ਰਿਹਾ ਸੀ 100 ਸਾਲ ਉਹਨੇ ਆਪਣੀ ਜ਼ਿੰਦਗੀ ਦਾ ਕਸ਼ਤੀ ਬਣਾਉਣ ਦੇ ਉੱਤੇ ਲਾਇਆ। ਬਿਜ਼ਨਸ ਸਾਨੂੰ ਇੱਥੇ ਹੀ ਨਜ਼ਰ ਆ ਜਾਂਦਾ ਉਹਦਾ। ਉਸ ਤੋਂ ਪਿੱਛੋਂ ਉਸੇ ਤਰ੍ਹਾਂ ਉਹ ਲੈ ਕੇ ਗਿਆ ਸਾਨੂੰ ਇੱਥੇ, ਫਿਰ ਰਿਹਾ, ਫਿਰ ਸਾਨੂੰ ਸਾਰਾ ਕੁਝ ਨਜ਼ਰ ਆਉਂਦਾ ਨਾ। ਉਸ ਵਿੱਚ ਅਸੀਂ ਜਿਹੜੀ ਉਹਦੀ ਮਤਲਬ ਰਾਸਤਬਾਜ਼ੀ, ਇਮਾਨਦਾਰੀ ਦੇਖਦੇ ਹਾਂ ਕਿ ਜਦੋਂ ਉਹ ਮਤਲਬ obviously ਉਹਨੂੰ ਮੁਸ਼ਕਲਾਂ ਵੀ ਵਿੱਚ ਫੇਸ ਕੀਤੀਆਂ ਹੋ ਸਕਦੀਆਂ, ਪਰ ਖੁਦਾ ਉਹਦੇ ਨਾਲ ਸੀ, ਉਹ ਖੁਦਾ ਦੀ ਤੇ ਉਹਨੂੰ ਕਿਸੇ ਮੁਸ਼ਕਲ ਜਿਹੜੀ ਉਹ ਖੁਦਾ ਤੋਂ ਵੱਡੀ ਨਹੀਂ ਲੱਗੀ, ਜਿਹੜੀ ਕਿ ਸਾਨੂੰ ਅੱਜ ਜਿਹੜੀ ਜਗ੍ਹਾ ਵੀ ਅਸੀਂ ਜਦੋਂ ਮਤਲਬ ਆਪਣੀ ਸਾਡੀ ਜ਼ਿੰਦਗੀ ਦੀ ਜਰਾ ਕੁ ਜਿਹਾ ਮਾਰੂ ਥਲਾਉਂਦਾ ਭਾਵੇਂ ਉਜਾੜ ਆਉਂਦੀ ਹੈ ਤੇ ਮਤਲਬ ਡੈਜ਼ਰਟ ਆਉਂਦੀ ਤੇ ਅਸੀਂ ਮੁਸ਼ਕਲਾਂ ਨੂੰ ਆਪਣੇ ਉੱਤੇ ਹਾਵੀ ਹੋ ਲੈਂਦੇ ਨੇ। ਪਰ ਇੱਥੇ ਸਾਨੂੰ ਨਜ਼ਰ ਆਉਂਦਾ ਕਿ ਕੁਛ ਵੀ ਉਹਨੇ ਨਹੀਂ, ਘਬਰਾਹਟ ਨੂੰ ਨਹੀਂ ਆਪਣੇ ਨੇੜੇ ਆਉਣ ਦਿੱਤਾ, ਕਿਉਂਕਿ ਖੁਦਾ ਨੇ ਹਮੇਸ਼ਾ ਰਾਸਤੇ ਵਿੱਚ ਸੀ। ਫਿਰ ਅਸੀਂ ਇੱਥੇ ਦੇਖਦੇ ਕਿ ਮਤਲਬ ਸਾਨੂੰ ਇਹ ਤੋਂ ਸਿੱਖਣ ਨੂੰ ਮਿਲਦਾ ਕਿ ਅਸੀਂ ਵੀ ਜਦੋਂ ਜਿਹੜੀ ਬੇਈਮਾਨੀ ਤੇ ਜਿਹੜੇ ਸਾਡੇ ਉੱਤੇ ਬੋਲਣ ਵਾਲੇ ਪਰਸੀਕਿਊਸ਼ਨ ਜਾਂ ਮਤਲਬ ਲੱਗਣ ਵਾਲੇ ਇਲਜ਼ਾਮ ਉਹਨੂੰ ਆਪਣੇ ਤੇ ਹਾਵੀ ਨਹੀਂ ਹੋਣ ਦੇ ਸਕਦੇ। ਤੇ ਮਤਲਬ ਕਿਉਂਕਿ ਖੁਦਾ ਦਾ ਜਿਹੜਾ ਸਾਨੂੰ ਵਾਅਦਾ ਹੈ, ਨੇਮ ਆ, ਉਹ ਉਹਦੇ ਵਿੱਚ ਕਦੀ ਵੀ ਝੂਠਾ ਨਹੀਂ ਪੈਂਦਾ, ਉਹ ਪੂਰਾ ਉਤਰਦਾ ਆ। ਫਿਰ ਅਸੀਂ ਇੱਕ ਹੋਰ ਇੰਟਰਸਟਿੰਗ ਚੀਜ਼ ਦੇਖਦੇ ਹਾਂ ਕਿ ਜਿਹੜੇ ਖੁਦਾ ਦੇ ਬੰਦੇ ਆ ਨਾ, ਮਤਲਬ ਭਾਵੇਂ ਉਹ ਮੇਰੇ ਵਰਗੇ ਨਾ ਹੋਣ ਨਾ ਚੀਜ਼ ਤੇ ਚਾਹੇ ਉਹ ਨੂੰਹ ਵਰਗੇ ਇਮਾਨਦਾਰ ਵਰਗੇ ਹੋਣ, ਉਹ ਅਲਟਰ ਬਣਾਉਂਦੇ ਆ। ਅਸੀਂ ਇੱਕ ਇੰਟਰਸਟਿੰਗ ਚੀਜ਼ ਦੇਖਦੇ ਕਿ ਉਹਨੇ ਸਭ ਤੋਂ ਪਹਿਲਾ ਕੰਮ ਜਿਹੜਾ ਨਾ ਉਤਰ ਕੇ ਧਰਤੀ ਉੱਤੇ ਖੁਦਾ ਦੇ ਕਹਿਣੇ ਤੋਂ ਬਾਅਦ ਕਿਹੜਾ ਕੀਤਾ ਆ, ਉਹਦਾ ਧਿਆਨ ਹੈ ਕਿ ਮੈਂ ਖੁਦਾ ਦੇ ਲਈ ਇੱਕ ਮਜ਼ਬਾ ਬਣਾਵਾਂ, ਮੈਂ ਇੱਕ ਅਲਟਰ ਬਣਾਵਾਂ। ਦੇਖੋ ਉਹਨੂੰ ਰਿਝਾਉਣ ਉੱਤੇ ਧਿਆਨ ਹੈ, ਕਿਸੇ ਹੋਰ ਤੇ ਉਹਦਾ ਧਿਆਨ ਨਹੀਂ ਕਿ ਮੈਂ ਹੁਣ ਇੱਥੇ ਕੀ ਕਰਾਂ। ਐਂਡ ਇਹ ਸਭ ਤੋਂ ਮੇਨ ਜ਼ਬਰਦਸਤ ਨਮੂਨਾ ਹੈ ਸਾਨੂੰ ਨਜ਼ਰ ਆਉਂਦਾ ਕਿ ਉਹਦਾ ਧਿਆਨ ਨਜ਼ਰ ਤਾਂ ਉਹੀ ਹੋਏ ਜਿਹੜੀ ਯਿਸੂ ਉੱਤੇ ਟਿਕੀ ਹੋਈ ਹੈ। ਉਹਦੀ ਨਜ਼ਰ ਜਿਹੜੀ ਸਿਰਫ ਇਸ ਉੱਤੇ ਟਿਕੀ ਹੋਈ ਹੈ ਕਿ ਮੈਂ ਉਹਦੇ ਲਈ ਇੱਕ ਘਰ ਬਣਾਵਾਂ ਨਾ। ਤੇ ਸਾਨੂੰ ਦੇਖਦਾ ਕਿ ਉਹਦੇ ਲਈ ਉਹ ਮਜ਼ਬਾ ਬਣਾਉਂਦਾ। ਇਹ ਪਹਿਲੀ ਚੀਜ਼ ਹੈ ਜਿਹੜੀ ਲੋਕਾਂ ਨੇ ਕੀਤੀ ਆ, ਮਤਲਬ ਕਿਸ਼ਤੀ ਵਿੱਚੋਂ ਬਾਹਰ ਨਿਕਲ ਕੇ ਆਪਣੇ ਪੂਰੇ ਪਰਿਵਾਰ ਦੇ ਸਮੇਤ ਉਹਨੇ ਬਾਹਰ ਨਿਕਲ ਕੇ ਉਹਨੇ ਅਲਟਰ ਬਣਾਇਆ। ਤੇ ਉਸ ਤੋਂ ਬਾਅਦ ਉਹਨੇ ਕੁਰਬਾਨੀ ਉਹਦੇ ਉੱਤੇ ਮਤਲਬ ਜਿਹੜੇ ਜਾਨਵਰ ਹੈਗੇ ਸੀ ਉਹਨਾਂ ਵਿੱਚੋਂ ਸ਼ੁੱਧ ਜਾਨਵਰ ਲੈ ਕੇ ਸ਼ੁੱਧ ਜਾਨਵਰਾਂ ਵਿੱਚੋਂ ਇੱਕ ਜਿਸ ਤਰ੍ਹਾਂ ਉਹਨੇ ਮਤਲਬ ਉਹਨਾਂ ਦੀ ਕੁਰਬਾਨੀ ਇੱਥੇ ਸਾਨੂੰ ਨਜ਼ਰ ਆਉਂਦੀ ਹੈ ਹਨਾ। ਤੇ ਖੁਦਾ ਨੂੰ ਉਹਦਾ ਜਦੋਂ ਉਹਦੀ ਖੁਸ਼ਬੂ, ਉਹਦੀ ਸੁਗੰਧੀ ਜਾਂਦੀ ਹੈ ਉੱਪਰ ਤੇ ਖੁਦਾ ਫਿਰ ਟਿਕ ਕਰਦਾ ਕਿ ਮੈਂ ਰਾਈਟ ਹੀ ਬਿਲਕੁਲ ਜਿਹੜਾ ਕੁਛ ਵੀ ਮੈਂ ਆਪਣੇ ਲਈ ਇਹ ਚੁਣਿਆ ਇਹੀ ਰਾਸਤਬਾਜ਼ ਹੈ, ਕੋਈ ਵੀ ਇਹਦੇ ਚ ਜਰਾ ਜਿਹਾ ਵੀ ਖੋਟ ਨਹੀਂ ਹੋਣਾ ਆ। ਤੇ ਖੁਦਾ ਕੀ ਕਰਦਾ ਆ, ਖੁਦਾ ਅਸੀਸ ਦਿੰਦਾ ਸਾਨੂੰ ਸਾਰਿਆਂ ਨੂੰ, ਤੁਹਾਨੂੰ, ਮੈਨੂੰ ਤੇ ਆਉਣ ਵਾਲੀਆਂ ਜਨਤਾ ਨੂੰ ਵੀ। ਕਿਹੜੀ ਅਸੀਸ ਦਿੰਦਾ? ਕਹਿੰਦਾ ਮੈਂ ਕਦੀ ਦੁਬਾਰਾ ਆਦਮੀ ਜ਼ਾਤ ਨੂੰ, ਇਨਸਾਨੀਅਤ ਨੂੰ ਹੁਣ ਪਹਿਲਾਂ ਦੀ ਤਰ੍ਹਾਂ ਫਨਾਹ ਨਹੀਂ ਕਰੂੰਗਾ, ਕਿਉਂਕਿ ਮੈਂ ਜਾਣਦਾ ਹੈ ਕਿ ਇਹਨਾਂ ਦੇ ਮਨ ਦੀਆਂ ਭਾਵਨਾ ਸ਼ੁਰੂ ਤੋਂ ਹੀ ਜਪਾਨੀ ਬਾਰੇ ਚ ਬੁਰੀਆਂ ਹੁੰਦੀਆਂ ਨਾ। ਸੋ ਖੁਦਾ ਪਿਆਰ ਦਾ ਪ੍ਰਤੀਕ ਆ। ਸਾਰੀ ਜਿਹੜੀ ਜਿੰਨੀ ਵੀ ਇਮਾਨਦਾਰੀ, ਜਸਟਿਸ, ਨਿਆਂ ਦਾ ਉਹ ਕਰਤਾ ਆ, ਉਹ ਕਦੀ ਸਾਨੂੰ ਕਿਸੇ ਵੀ ਮਤਲਬ ਚੀਜ਼ ਤੋਂ ਵਾਂਝਾ ਨਹੀਂ ਹੋਣ ਦਿੰਦਾ। ਅਸੀਂ ਆ ਜਿਹੜੇ ਨਹੀਂ ਉਹਦੇ ਉੱਤੇ ਪੂਰਾ ਉਤਰਦੇ ਤੇ ਅਸੀਂ, ਪਰ ਜਦੋਂ ਅਸੀਂ ਇਸ ਤਰੀਕੇ ਦੀ ਇੱਛਾ ਰੱਖਦੇ ਨਾ ਕਿ ਮੈਂ ਪਹਿਲਾਂ ਉਹਦਾ ਅਲਟਰ, ਕੁਛ ਵੀ ਕਰਨ ਤੋਂ ਪਹਿਲਾਂ ਮੈਂ ਉਹਦਾ ਅਲਟਰ ਬਣਾਉਣਾ, ਵੀ ਮੇਰੇ ਕੋਲ ਪਹਿਲਾਂ ਉਹਦਾ ਘਰ ਹੋਣਾ ਚਾਹੀਦਾ ਜਿੱਥੇ ਮੈਂ ਉਹਦੇ ਨਾਲ ਗੱਲਾਂ ਕਰਨੀਆਂ ਆ, ਉਹਦੇ ਨਾਲ ਗਾਲ ਮਿਲਣਾ ਆ ਹਨਾ, ਮਤਲਬ ਮੈਂ ਉਹਦੇ ਅੱਗੇ ਆਪਣੇ ਆਪ ਨੂੰ ਢੇਰੀ ਕਰਨਾ ਆ। ਉਸ ਤੋਂ ਪਿੱਛੋਂ ਖੁਦਾ ਵੀ ਤੁਹਾਡਾ ਫਿਰ ਉਸ ਤਰ੍ਹਾਂ ਖਿਆਲ ਰੱਖਦਾ ਹੈ ਕਿ ਮੇਰੇ ਪੁੱਤ ਦੀ ਦਾੜ ਤਾਂ ਨਹੀਂ, ਦੰਦ ਤਾਂ ਨਹੀਂ ਦੁਖਦਾ। ਮੈਨੂੰ ਅੱਛੀ ਤਰ੍ਹਾਂ ਯਾਦ ਹੈ, ਮੇਰੇ ਨਾਲ ਬਹੁਤ ਵਾਰੀ ਤਾਂ ਮੈਂ ਸਿਰ ਚ ਚੀਜ਼ ਵੀ ਪਵੇ ਤੇ ਮੈਂ ਉਹਨੂੰ ਕਹਿ ਦਿੰਦੀ ਕਿ ਖੁਦਾ ਆਹ ਮੈਨੂੰ ਚੀਜ਼ ਹੋਈ ਆ, ਤੇ ਖੁਦਾ ਉਸੇ ਵੇਲੇ ਮੈਨੂੰ ਉਹਦਾ ਹੱਲ ਦੇ ਦਿੰਦਾ। ਮੈਂ ਥੋੜਾ ਜਿਹਾ ਪਾਣੀ ਬਲੈਸ ਕਰਕੇ ਪੀਵਾਂ ਤਾਂ ਚਲੋ ਜੀ ਪੀੜ ਜਲੰਧਰ ਵਾਲੀ ਗੱਲ ਹੁੰਦੀ ਆ। ਸੋ ਇਸ ਕਰਕੇ ਆਪਾਂ ਮਤਲਬ ਇਹ ਤੋਂ ਇਹ ਸਿੱਖਿਆ ਹੈ ਕਿ ਕੁਰਬਾਨੀ ਤੇ ਪਰਮੇਸ਼ਰ ਦੇ ਨਾਲ ਪਿਆਰ ਤੇ ਉਹਦਾ ਮਜ਼ਬਾ, ਉਹਦੇ ਮਜ਼ਬੇ ਦੀ ਕਦਰ, ਉਹਦੇ ਮਜ਼ਬੇ ਦੀ ਇੱਜ਼ਤ ਖੁਦਾ ਨੂੰ ਮਤਲਬ ਤੁਹਾਡੇ ਇੰਨਾ ਨੇੜੇ ਕਰ ਦਿੰਦੀ ਕਿ ਉਹ ਤੁਹਾਨੂੰ ਆਪਣੇ ਸੱਜੇ ਹੱਥ ਬਿਠਾ ਲੈਂਦਾ, ਆਪਣੇ ਸੱਜੇ ਤੁਹਾਨੂੰ ਉਹਨਾਂ ਭਗਤਾਂ ਸ਼ਾਮਲ ਕਰ ਲੈਂਦਾ ਤੇ ਤੁਹਾਡੀ ਜਿਹੜੀ ਭਗਤੀ ਆ, ਉਹਦੀ ਜਿਹੜੀ ਸ਼ਕਤੀ ਆ, ਉਹਦੇ ਵਿੱਚ ਹੋਰ ਭਰਪੂਰ ਜਿਹੜੀ ਆ ਉਹ ਤਾਕਤ ਆ ਜਾਂਦੀ ਆ। ਇਸੇ ਤਰ੍ਹਾਂ ਹੁਣ ਅਸੀਂ ਮੱਤੀ ਜਿਹੜਾ ਉਹਦੇ 8ਵੇਂ ਚੈਪਟਰ ਵੱਲ ਜਾਂਦੇ ਆ ਅੱਜ। ਵੈਸੇ ਨੰਬਰਿੰਗ ਦੇ ਵਿੱਚੋਂ ਵੀ ਇਹ ਬੜੀ ਅੱਛੀ ਗੱਲ ਹੈ ਕਿ 7 ਨੂੰ ਪਰਫੈਕਸ਼ਨ ਦਾ ਨੰਬਰ ਗਿਣਿਆ ਜਾਂਦਾ ਆ ਤੇ 8 ਨੂੰ ਸਟਾਰਟ, ਤੇ ਅੱਜ ਸਾਡਾ ਅਸੀਂ 7 ਜਿਹੜੇ ਚੈਪਟਰ ਪਰਮੇਸ਼ਰ ਦੀ ਖਾਸ ਬਖਸ਼ਿਸ਼ ਦੇ ਨਾਲ ਪੂਰੇ ਕਰ ਲਏ ਆ ਨਵੇਂ ਤੇ ਪੁਰਾਣੇ ਨਾਮੇ ਦੇ। ਅੱਜ ਅਸੀਂ 8ਵਾਂ ਸ਼ੁਰੂ ਕਰ ਰਹੇ ਸੀ ਸਾਡੀ ਨਵੀਂ ਬਿਗਿਨਿੰਗ ਵਾਲਾ। ਤਾਂ ਅਸੀਂ ਦੇਖਦੇ ਹਾਂ ਮਸੀਹ ਦੇ ਅਖਤਿਆਰ ਵਾਲੇ ਕੰਮ, ਮੈਥਿਊ 8ਵਾਂ ਚੈਪਟਰ। ਜਦੋਂ ਉਹ ਪਹਾੜੋਂ ਉਤਰਿਆ ਤਾਂ ਵੱਡੀ ਭੀੜ ਉਹਦੇ ਮਗਰ ਲੱਗ ਗਈ ਤੇ ਵੇਖੋ ਇੱਕ ਕੋੜੀ ਨੇ ਕੋਲ ਆਣ ਕੇ ਮੱਥਾ ਟੇਕਿਆ ਤੇ ਕਿਹਾ, ਪ੍ਰਭੂ ਜੀ ਜੇ ਤੂੰ ਚਾਹਵੇਂ ਤਾਂ ਮੈਨੂੰ ਸ਼ੁੱਧ ਕਰ ਸਕ।
मैं ਉਹਨੇ ਹੱਥ ਲੰਮਾ ਕਰਕੇ ਉਹਨੂੰ ਛੋਇਆ ਤੇ ਕਿਹਾ ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾ ਤੇ ਉਹਦਾ ਕੋੜ ਉਸੇ ਵੇਲੇ ਜਾਂਦਾ ਰਿਹਾ ਤਾਂ ਯਿਸੂ ਨੇ ਉਹਨੂੰ ਆਖਿਆ ਖਬਰਦਾਰ ਕਿਸੇ ਨੂੰ ਦੱਸੀ ਨਾ ਜਾ ਕੇ ਆਪਣਾ ਆਪ ਆਪਣੇ ਜਾਜਕ ਨੂੰ ਵਿਖਾ ਜਿਹੜੀ ਵੀ ਭੇਟ ਮੂਸਾ ਨੇ ਠਹਿਰਾਈ ਉਹਨੂੰ ਚੜਾ ਵੀ ਤੇਰੇ ਲਈ ਸਾਖੀ ਹੋਵੇ ਉਹਨਾਂ ਲਈ ਸਾਖੀ ਹੋਵੇ ਤਾਂ ਉਹ ਕਫਰਨਹੂਮ ਵਿੱਚ ਜਾ ਵੜਿਆ ਤਾਂ ਇੱਕ ਸੂਬੇਦਾਰ ਉਹਦੇ ਕੋਲ ਆਇਆ ਤੇ ਉਹਦੀ ਮਿਹਨਤ ਕਰਕੇ ਉਹਨੇ ਕਿਹਾ ਪ੍ਰਭੂ ਜੀ ਮੇਰਾ ਨੌਕਰ ਨਾ ਝੋਲੇ ਦਾ ਮਾਰਿਆ ਹੋਇਆ ਘਰ ਵਿੱਚ ਵੱਡਾ ਦੁਖੀ ਪਿਆ ਹੈ ਤੇ ਉਹਨੂੰ ਕਿਹਾ ਮੈਂ ਆਣ ਕੇ ਉਹਨੂੰ ਚੰਗਾ ਕਰ ਦਿਆਂਗਾ ਪਰ ਸੂਬੇਦਾਰ ਨੇ ਉੱਤਰ ਦਿੱਤਾ ਪ੍ਰਭੂ ਜੀ ਮੈਂ ਇਸ ਯੋਗ ਨਹੀਂ ਤੂੰ ਮੇਰੀ ਛੱਤ ਦੇ ਥੱਲੇ ਆ ਸਕੇ ਤੇ ਉਹਨੂੰ ਬਚਨ ਕਰਦੇ ਤੇ ਮੇਰਾ ਨੌਕਰ ਚੰਗਾ ਹੋ ਜੂ ਕਿਉਂਕਿ ਮੈਂ ਇੱਕ ਮਨੁੱਖ ਦੂਜੇ ਦੇ ਹੁਕਮ ਦੇ ਵਿੱਚ ਹਾਂ ਤੇ ਮੈਂ ਆਪਣੇ ਸਿਪਾਹੀਆਂ ਨੂੰ ਆਪਣੇ ਅਖਤਿਆਰ 'ਚ ਰੱਖਦਾ ਹਾਂ ਇੱਕ ਨੂੰ ਆਖਦਾ ਜਾ ਤੇ ਉਹ ਜਾਂਦਾ ਹੈ ਦੂਜੇ ਨੂੰ ਆਖਦਾ ਆ ਤੇ ਉਹ ਆਉਂਦਾ ਹੈ ਤੇ ਆਪਣੇ ਚਾਕਰ ਨੂੰ ਤੇ ਉਹ ਉਹੀ ਕਰਦਾ ਹੈ ਯਿਸੂ ਨੇ ਹੈਰਾਨੀ ਮੰਨੀ ਤੇ ਉਹਨਾਂ ਨੂੰ ਜਿਹੜੇ ਮਗਰ ਮਗਰ ਆਉਂਦੇ ਸਨ ਕਿਹਾ ਕਿ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸਰਾਇਲ ਵਿੱਚ ਵੀ ਮੈਂ ਐਡੀ ਵੱਡੀ ਨਿਰਚਾ ਕਦੇ ਨਹੀਂ ਵੇਖੀ ਤੇ ਮੈਂ ਤੁਹਾਨੂੰ ਆਖਦਾ ਜੋ ਬਥੇਰੇ ਚੜ੍ਹਦੇ ਲੈਂਦੇ ਆਉਣਗੇ ਸਵਰਗ ਦੇ ਰਾਜ ਵਿੱਚ ਅਬਰਾਹਮ ਤੇ ਇਸਹਾਕ ਤੇ ਯਾਕੂਬ ਨਾਲ ਬਹਿਣਗੇ ਪਰ ਰਾਜ ਦੇ ਪੁੱਤਰ ਬਾਹਰ ਦੇ ਅੰਧਕੋਰ ਵਿੱਚ ਕੱਢੇ ਜਾਣਗੇ ਉੱਥੇ ਰੋਣਾ ਤੇ ਕਚੀਚੀਆਂ ਦਾ ਵੱਟਣਾ ਹੋਣਾ ਹੋਵੇਗਾ ਤੇ ਉਹ ਯਿਸੂ ਨੇ ਸੂਬੇਦਾਰ ਨੂੰ ਕਿਹਾ ਜਾ ਜਿਹੀ ਤੇਰੀ ਨਿਸ਼ਚਾ ਤੇਰੇ ਲਈ ਤਿਹਾਈ ਹੋਵੇ ਤੇ ਉਹ ਨੌਕਰ ਉਸੇ ਘੜੀਓ ਚੰਗਾ ਹੋ ਗਿਆ ਯਿਸੂ ਨੇ ਪਤਰਸ ਦੇ ਘਰ ਵਿੱਚ ਆ ਕੇ ਉਹਦੀ ਸੱਸ ਨੂੰ ਤਾਪ ਨਾਲ ਪਈ ਹੋਈ ਬੁਖਾਰ 'ਚ ਵੇਖਿਆ ਤੇ ਉਹਨੇ ਦਾ ਹੱਥ ਛੋਇਆ ਤੇ ਉਸਨੇ ਉੱਠ ਕੇ ਉਹਦੀ ਖਾਤਰ ਸੇਵਾ ਟਹਿਲ ਕੀਤੀ ਤੇ ਲੈ ਕੇ ਆਂਦਾ ਗਿਆ ਤੇ ਜਿਨ੍ਹਾਂ ਨੂੰ ਭੂਤ ਚਮੜੇ ਹੋਏ ਸੀ ਤੇ ਉਹਨੇ ਵਚਨ ਨਾਲ ਹੀ ਰੋਹਾਂ ਨੂੰ ਕੱਢ ਦਿੱਤਾ ਅਤੇ ਸਾਰੇ ਰੋਗੀਆਂ ਨੂੰ ਚੰਗਾ ਕੀਤਾ ਤਾਂ ਜਦੋਂ ਸਾਰਾ ਨਬੀ ਦਾ ਵਾਕ ਪੂਰਾ ਹੋਵੇ ਕਿ ਹੁਣ ਸਾਡੀਆਂ ਮੰਦਗੀਆਂ ਆਪਣੇ ਉੱਤੇ ਲੈ ਲਿਆ ਤੇ ਰੋਗਾਂ ਨੂੰ ਚੁੱਕ ਲਿਆ ਤਾਂ ਯਿਸੂ ਨੇ ਬਹੁਤ ਭੀੜ ਆਪਣੇ ਚਫੇਰੇ ਵੇਖ ਕੇ ਬਾਹਰ ਪਾਰ ਚੱਲਣ ਦੀ ਆਗਿਆ ਦਿੱਤੀ ਅਤੇ ਇੱਕ ਗ੍ਰੰਥੀ ਕੋਲ ਆ ਕੇ ਉਹਨੂੰ ਕਿਹਾ ਗੁਰੂ ਜੀ ਜਿੱਥੇ ਕਿਤੇ ਤੂੰ ਜਾਵੇਂ ਮੈਂ ਤੇਰੇ ਮਗਰ ਚੱਲੂਗਾ ਤੇ ਯਿਸੂ ਨੇ ਉਹਨੂੰ ਆਗਿਆ ਕੀਤੀ ਕਿ ਬਈ ਲੂੰਬੜੀਆਂ ਦੇ ਘੋਰਨੇ ਤੇ ਕਾਸ਼ਾਂ ਦੇ ਪੰਛੀਆਂ ਦੇ ਆਲਣੇ ਪਰ ਮਨੁੱਖ ਦੇ ਪੁੱਤਰ ਦੇ ਸਿਰ ਧਰਨ ਨੂੰ ਵੀ ਥਾਂ ਨਹੀਂ ਔਰ ਚੇਲੇ ਵਿੱਚੋਂ ਇੱਕ ਦੂਜੇ ਨੇ ਉਹਨੂੰ ਕਿਹਾ ਪ੍ਰਭੂ ਜੀ ਮੈਨੂੰ ਪ੍ਰਵਾਨਗੀ ਦੇ ਪਹਿਲਾਂ ਜਾ ਕੇ ਆਪਣੇ ਪਿਓ ਨੂੰ ਦਾਬਾਵਾਂ ਯਿਸੂ ਨੇ ਉਹਨੂੰ ਉੱਤਰ ਦਿੱਤਾ ਮੇਰੇ ਮਗਰ ਚੱਲਿਆ ਮੁਰਦੇ ਨੂੰ ਮੁਰਦੇ ਦੱਬ ਲੈਂਦੇ ਤਾਂ ਬੇੜੀ ਉੱਤੇ ਚੜਿਆ ਤੇ ਉਹਦੇ ਚੇਲੇ ਉਹਦੇ ਮਗਰ ਆਏ ਪਰ ਵੇਖੋ ਝੀਲ ਵਿੱਚ ਐਡਾ ਤੂਫਾਨ ਆਇਆ ਜੋ ਬੇੜੀ ਲਹਿਰਾਂ ਵਿੱਚ ਡੁੱਬਦੀ ਜਾਂਦੀ ਸੀ ਤਾਂ ਉਹ ਸੁੱਤਾ ਪਿਆ ਸੀ ਉਹਨਾਂ ਨੇ ਕੋਲ ਬੁਲਾ ਕੇ ਕਿਹਾ ਉਹਨੂੰ ਜਗਾਇਆ ਤੇ ਕਿਹਾ ਪ੍ਰਭੂ ਜੀ ਬਚਾਓ ਅਸੀਂ ਤਾਂ ਮਰ ਚੱਲੇ ਆ ਉਸਨੇ ਉਹਨੂੰ ਆਖਿਆ ਥੋੜੀ ਪ੍ਰਤੀਤ ਵਾਲਿਓ ਕਾਹਤੋਂ ਡਰਦੇ ਹੋ ਔਰ ਉਹਨੇ ਉੱਠ ਕੇ ਪਾਣੀ ਨੂੰ ਦਬਕਾ ਦਿੱਤਾ ਤੇ ਵੱਡਾ ਚੈਨ ਹੋ ਗਿਆ ਤਾਂ ਉਹ ਮਨੁੱਖ ਹੈਰਾਨ ਹੋ ਕੇ ਬੋਲੇ ਇਹ ਕਿਹੋ ਜਿਹਾ ਆਦਮੀ ਜਿਹੜੇ ਪੌਣ ਤੇ ਪਾਣੀ ਨੂੰ ਹਵਾ ਤੇ ਝੀਲੇ ਦੀ ਮੰਨ ਲੈਂਦੇ ਹਨ ਜਦੋਂ ਉਹ ਦੂਸਰੇ ਪਾਰ ਗਦਰੀਨੀਆਂ ਦੇ ਦੇਸ਼ ਵਿੱਚ ਪਹੁੰਚਿਆ ਤਾਂ ਇੱਕ ਦੋ ਆਦਮੀ ਜਿਨ੍ਹਾਂ ਨੂੰ ਭੂਤ ਚੁੰਬੜੇ ਹੋਏ ਸਨ ਕਬਰਾਂ ਚੋਂ ਨਿਕਲ ਕੇ ਉਹਨੂੰ ਮਿਲੇ ਤੇ ਐਡੇ ਕਰੜੇ ਸਨ ਉਹ ਕਿ ਉਹਨਾਂ ਵਾਸਤੇ ਰਸਤੇ ਉੱਥੇ ਕੋਈ ਲੰਘ ਨਹੀਂ ਸੀ ਸਕਦਾ ਤਾਂ ਵੇਖੋ ਉਹਨੇ ਪੁਕਾਰ ਕੇ ਕਿਹਾ ਹੇ ਪਰਮੇਸ਼ਰ ਦੇ ਪੁੱਤ ਤੇਰਾ ਸਾਡੇ ਨਾਲ ਕੀ ਕੰਮ ਤੂੰ ਵੇਲੇ ਪਹਿਲਾਂ ਸਾਨੂੰ ਦੁੱਖ ਦੇਣ ਲਈ ਇੱਥੇ ਆਇਆ ਤਾਂ ਉਹਨਾਂ ਤੋਂ ਕੁਝ ਦੂਰ ਸਾਰੇ ਸੂਰਾਂ ਦਾ ਇੱਜੜ ਚੁਗਦਾ ਸੀ ਔਰ ਭੂਤਾਂ ਨੇ ਉਹਦੀਆਂ ਮਿੰਨਤਾਂ ਕਰਕੇ ਕਿਹਾ ਕਿ ਤੁਹਾਨੂੰ ਜੇ ਤੂੰ ਕਰਨਾ ਹੀ ਹੈ ਤਾਂ ਸੂਰਾਂ ਦੇ ਇੱਜੜ ਵਿੱਚ ਘੱਲ ਦੇ ਉਹਨੇ ਉਹਨਾਂ ਨੂੰ ਕਿਹਾ ਜਾਓ ਤਾਂ ਉੱਥੋਂ ਨਿਕਲ ਕੇ ਸੂਰਾਂ ਦੇ ਵਿੱਚ ਜਾ ਵੜੇ ਤੇ ਵੇਖੋ ਸਾਰਾ ਇੱਜੜ ਢਾਹੇ ਉੱਥੋਂ ਸਿਰ ਤੋੜ ਭੱਜ ਕੇ ਝੀਲ ਵਿੱਚ ਆ ਪਿਆ ਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ ਤਾਂ ਚੁਗਾਉਣ ਵਾਲੇ ਨੱਠੇ ਤੇ ਨਗਰ ਵਿੱਚ ਆ ਕੇ ਸਾਰੀ ਵਾਰਤਾ ਤੇ ਭੂਤ ਵਾਲਿਆਂ ਨੇ ਮਿੱਥਾ ਸੁਣਾ ਦਿੱਤੀ ਤੇ ਵੇਖੋ ਸਾਰਾ ਨਗਰ ਯਿਸੂ ਦੇ ਮਿਲਣ ਨੂੰ ਨਿਕਲਿਆ ਤੇ ਉਹਨੂੰ ਵੇਖਿਆ ਤੇ ਉਹਦੀਆਂ ਮਿੰਨਤਾਂ ਕੀਤੀਆਂ ਕਿ ਸਾਡੀ ਹੱਦੋਂ ਲੋਕਾਂ ਨੇ ਕੁਛ ਲੋਕਾਂ ਨੇ ਮਿਲੇ ਕਿ ਸਾਡੀ ਹੱਦੋਂ ਬਾਹਰ ਨਿਕਲ ਜਾਓ ਦੇਖੋ ਖੁਦਾ ਦਾ ਬੰਦਾ ਨਹੀਂ ਬਲਕਿ ਖੁਦਾ ਆਪ ਤੁਰ ਕੇ ਉਹਨਾਂ ਦਾ ਭਲਾ ਕਰਨ ਲਈ ਉਹਨਾਂ ਦੇ ਨਗਰ ਚ ਆਇਆ ਹੈ ਤੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਹੈਗੀ ਆ ਮਤਲਬ ਖਾਣਾ ਪੀਣਾ ਜਿਹੜਾ ਉਹਨਾਂ ਦਾ ਜਿਹੜਾ ਕਿ ਖੁਦਾ ਨੇ ਬਣਾਇਆ ਉਹਨੂੰ ਉਹਦੇ ਨਾਲ ਵਾਸਤਾ ਹੈ ਤੇ ਉਹਨੂੰ ਕਹਿ ਰਿਹਾ ਕਿ ਕਹਿ ਰਹੇ ਮਿੰਨਤਾਂ ਕਰਕੇ ਕਿ ਸਾਡੇ ਨਗਰ ਚੋਂ ਬਾਹਰ ਨਿਕਲ ਜਾਓ ਖੁਦਾ ਵੀ ਸੁਣਨਾ ਪਿਆ ਹੈ ਯਿਸੂ ਨੂੰ ਕਿ ਸਾਡੇ ਨਗਰ ਚੋਂ ਬਾਹਰ ਨਿਕਲ ਜਿਹੜਾ ਕਿ ਆਇਆ ਹੀ ਉਹਨਾਂ ਨੂੰ ਬਚਾਉਣ ਸੀ ਇਹ ਦੁਨੀਆ ਦਾ ਦਸਤੂਰ ਹੈ ਜਿੱਥੇ ਜਦੋਂ ਤੁਸੀਂ ਖੁਦਾ ਦਾ ਕੰਮ ਕਰਨ ਲਈ ਲੱਗਦੇ ਹੋ ਤਾਂ ਬਹੁਤ ਲੋਕ ਹੈ ਜਿਹੜੇ ਖੁਦਾ ਪਸੰਦ ਨਹੀਂ ਹੈਗੇ ਉਹ ਤੁਹਾਨੂੰ ਉੱਥੋਂ ਜਿਹੜੇ ਸ਼ੈਤਾਨ ਪਸੰਦ ਹੈ ਜਿਹੜਾ ਕਰਤਾ ਧਰਤਾ ਚੌਧਰੀ ਹੈ ਇਸ ਦੁਨੀਆ ਦਾ ਜਿਹੜਾ ਇਸ ਦੁਨੀਆ ਦਾ ਖੁਦਾ ਆ ਉਹ ਉਹਨਾਂ ਦਾ ਖੁਦਾ ਹੈ ਤੇ ਇਸ ਕਰਕੇ ਉਹ ਤੁਹਾਨੂੰ ਫਿਰ ਕਹਿੰਦੇ ਇੱਥੋਂ ਨਿਕਲ ਜਾਓ ਤੂੰ ਜਾ ਤੇਰਾ ਸਾਡੇ ਵਿੱਚ ਕੋਈ ਕੰਮ ਨਹੀਂ ਅਸੀਂ
ਇਸੇ ਤਰ੍ਹਾਂ ਮਤਲਬ ਦੇਖਿਆ ਕਿ ਇੱਥੇ ਕੋੜੀ ਨੂੰ ਵੀ ਠੀਕ ਕੀਤਾ ਖੁਦਾਵੰਦ ਯਿਸੂ ਮਸੀਹ ਨੇ, ਹਰ ਕਿਸੇ ਨੂੰ ਠੀਕ ਕੀਤਾ। ਅਸੀਂ ਇਹਦੀ ਬਸ ਐਕਸਪਲੇਨੇਸ਼ਨ ਵੈਸੇ ਵੈਰੀ ਕਲੀਅਰ ਆ। ਅਸੀਂ ਦੇਖਦੇ ਕਿ ਇੱਥੇ ਖੁਦਾਵੰਦ ਯਿਸੂ ਮਸੀਹ ਕਹਿੰਦੇ ਕਿ ਆਮ ਵਿਲਿੰਗ ਟੂ ਕਲੀਨ, ਕਿ ਮੈਂ ਸਾਫ਼ ਕਰਨ ਨੂੰ ਤਿਆਰ ਹਾਂ। ਇਹ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਪਰਪਸ ਹੈ ਕਿ ਕਈ ਵਾਰੀ ਸਾਨੂੰ ਸ਼ੈਤਾਨ ਕਹਿੰਦਾ ਕਿ ਤੈਨੂੰ ਤਾਂ ਮਾਫੀ ਮਿਲਣੀ ਨਹੀਂ, ਤੂੰ ਨਹੀਂ ਮਾਫ ਹੋ ਸਕਦਾ ਕਿਉਂਕਿ ਤੂੰ ਤਾਂ ਗਲਤੀ ਇੰਨੀਆਂ ਹੈਗਾ, ਤੂੰ ਤਾਂ ਗਲਤੀਆਂ ਇੰਨੀਆਂ ਕਰ ਲਈਆਂ। ਪਰ ਇੱਥੇ ਖੁਦਾ ਕਹਿੰਦਾ ਹੈ ਆਮ ਵਿਲਿੰਗ ਟੂ ਕਲੀਨ, ਕਿ ਮੈਂ ਸਾਫ਼ ਕਰਨ ਨੂੰ ਤਿਆਰ ਹਾਂ, ਬਸ਼ਰਤੇ ਕਿ ਤੂੰ ਸਾਫ਼ ਹੋਣ ਨੂੰ ਤਿਆਰ ਹੈਗਾ। ਕਦੀ ਕਿਸੇ ਨੇ ਸੁਣਿਆ ਕਿ ਖੁਦਾਵੰਦ ਯਿਸੂ ਮਸੀਹ ਨੇ ਕਿਸੇ ਨੂੰ ਕਿਹਾ ਹੋਵੇ ਕਿ ਤੂੰ ਕਿੰਨੇ ਪਾਪ ਕੀਤੇ ਆ? ਉਹਨੇ ਗਣਵਾਏ ਕਿਸੇ ਦੇ ਪਾਪ? ਉਹਨੇ ਕਿਹਾ ਕਿ ਮੈਂ ਗਿਣਤੀ ਕਰੂੰਗਾ ਪਹਿਲਾਂ ਫੇਰ ਤੈਨੂੰ ਮੇਰੇ ਨਾਲ ਗੱਲ ਕਰ ਸਕਦਾ? ਨਹੀਂ, ਉਹ ਸਿਰਫ ਪਿਆਰ ਦੇ ਭਰੀ ਹੋਈ ਨਾਲ ਮਾਫੀ ਦਿੰਦਾ ਸਾਨੂੰ ਨਾ। ਸੋ ਅਸੀਂ ਆ ਜਿਹੜੇ ਉਹਨਾਂ ਗੁਨਾਹਾਂ ਨੂੰ ਵੱਡਾ ਸਮਝ ਲੈਂਦੇ ਆ, ਆਪਣੇ ਉਸ ਜਿਹੜੀ ਸਾਡੀ ਉਹਨੇ ਪਿਆਰ ਨਾਲ ਭਰਪੂਰ ਸਾਨੂੰ ਮਾਫੀ ਦਿੱਤੀ ਆ ਉਹਦੇ ਨਾਲ, ਕਿ ਅਸੀਂ ਫਿਰ ਉਹਨਾਂ ਨੂੰ ਚੇਤੇ ਕਰਨ ਬੈਠ ਜਾਂਦੇ ਆ ਜਿੱਦਾਂ ਉਹਨਾਂ ਦਾ ਤੁਸੀਂ ਅਚਾਰ ਪਾਉਣਾ ਹੋਵੇ ਸ਼ੈਤਾਨ ਵਾਸਤੇ। ਪਰ ਸ਼ੈਤਾਨ ਨੂੰ ਤਾਂ ਗੁਨਾਹ ਦਾ ਅਚਾਰ ਹੀ ਪਸੰਦ ਹੋਏਗਾ ਨਾ, ਕਿਉਂਕਿ ਉਹ ਤਾਂ ਬੁਰਾ ਹੈ। ਪਰ ਅਸੀਂ ਇੱਥੇ ਖੁਦਾਵੰਦ ਦੇ ਖੁਦਾ ਦੇ ਮਤਲਬ ਦੇਖਦੇ ਕਿ ਉਹ ਸਾਨੂੰ ਬਿਨਾਂ ਕਿਸੇ ਸ਼ਰਤ ਦੇ, ਬਸ਼ਰਤੇ ਕਿਸੇ ਨੂੰ ਪਿਆਰ ਕਰੀਏ ਅਨਕੰਡੀਸ਼ਨਲ, ਤੇ ਅਸੀਂ ਉਹਨੂੰ ਆਪਣਾ ਮੰਨੀਏ, ਅਸੀਂ ਉਹਦੀ ਆਗਿਆਕਾਰੀ ਕਰੀਏ, ਸਿਰਫ ਤੇ ਸਿਰਫ ਤੇ ਸਿਰਫ ਤੇ ਸਿਰਫ ਉਹਦੇ ਕੋਲੋਂ ਹੀ ਡਰੀਏ, ਦੁਨੀਆਦਾਰੀ ਦੀ ਕਿਸੇ ਬਿਮਾਰੀ ਤੋਂ, ਕਿਸੇ ਗਰੀਬੀ ਤੋਂ ਨਹੀਂ। ਤੇ ਉਹ ਸਾਨੂੰ ਮਾਫ ਵੀ ਕਰਦਾ, ਪਿਆਰ ਵੀ ਕਰਦਾ, ਇਨਸਾਫ ਵੀ ਕਰਦਾ ਸਾਡੇ ਨਾਲ, ਹਨਾ। ਇਸੇ ਤਰ੍ਹਾਂ ਅਸੀਂ ਅੱਗੇ ਜਾਂਦੇ ਹਾਂ ਕਿ ਉਹ ਜਦੋਂ ਮਤਲਬ ਗ੍ਰੰਥੀ ਨੂੰ, ਇੱਕ ਨੂੰ ਪ੍ਰੀਸਟ ਨੂੰ ਕਹਿੰਦਾ ਆ ਕਿ ਵੀ ਤੂੰ ਮੈਂ ਤੇਰੇ ਪਿੱਛੇ ਪਿੱਛੇ ਚੱਲਾਂ, ਉਹ ਮਤਲਬ ਉਹ ਕਹਿੰਦਾ ਕਿ ਤੂੰ ਉਹ ਕਿਉਂ ਨਹੀਂ ਕਿਹਾ ਉਹਨੂੰ ਕਿ ਤੂੰ ਮੁਰਦਿਆਂ ਨੂੰ ਮੁਰਦੇ ਦੱਬ ਲੈਣ ਦੇ? ਕਿਉਂਕਿ ਉੱਥੇ ਬਹੁਤ ਲੋਕੀ ਆ ਜਿਨ੍ਹਾਂ ਦੇ ਵਿਚਾਰ, ਜਿਸ ਤਰ੍ਹਾਂ ਅਸੀਂ ਪਿੱਛੇ ਦੇਖਿਆ ਕਿ ਉਹ ਕਹਿੰਦੇ ਸੀ ਉਹਨਾਂ ਨੂੰ ਕੱਢਣ ਨੂੰ ਮਤਲਬ ਉਹ ਖੁਸ਼ ਨਹੀਂ ਹੈਗੇ ਸੀ, ਸਿਰਫ ਆਪਣੇ ਮਟੀਰੀਅਲਿਸਟਿਕ ਵੈਲਥ ਦੇ ਨਾਲ ਜੁੜੇ ਹੋਏ ਸੀਗੇ। ਤੇ ਇੱਥੇ ਉਹਨਾਂ ਨੂੰ ਜਿਹੜੇ ਲੋਕੀ ਮਤਲਬ ਜਿਨ੍ਹਾਂ ਦੇ ਅੰਦਰ ਖੁਦਾ ਦਾ ਪਿਆਰ, ਉਹਦੇ ਲਈ ਜਿਹੜੀ ਇੱਕ ਹਨਾ, ਉਹਦੇ ਲਈ ਇੱਜ਼ਤ, ਉਹਦੇ ਲਈ ਕੁਰਬਾਨੀ ਦਾ ਜਜ਼ਬਾ, ਜਨੂਨ, ਉਹ ਮਰ ਚੁੱਕਿਆ, ਉਹ ਮੁਰਦੇ ਆ। ਤੇ ਉਹਨਾਂ ਨੇ ਕਿਹਾ ਉਹਨਾਂ ਨੂੰ ਰੋਣ ਧੋਣ ਦੇ, ਜੋ ਵੀ ਜਿਹੜੇ ਉੱਥੇ ਹੈਗੇ, ਤੈਨੂੰ ਮੇਰੇ ਨਾਲ ਜਾਣ ਦੀ ਇੱਛਾ ਉਤਪੰਨ ਹੋਈ ਹੈ ਤੇਰੇ ਅੰਦਰ, ਤੇਰੇ ਦਿਲ ਨੇ ਤੇਰੇ ਅੰਦਰ ਇੱਕ ਨਾਰਾ ਮਾਰਿਆ ਕਿ ਮੈਂ ਉਹਦੇ ਮਗਰ ਤੁਰਨਾ, ਤੇ ਤੂੰ ਆ, ਕਿਉਂਕਿ ਤੂੰ ਖੁਦਾਵੰਦ ਯਿਸੂ ਮਸੀਹ ਕਦਰ ਕਰਦੇ ਆ ਉਹਦੇ ਦਿਲ ਦੀ ਉਸ ਵੇਲੇ, ਤੇ ਉਹਨੂੰ ਬੁਲਾਉਂਦੇ ਆ, ਉਹਨੂੰ ਉਧਰ ਭਾਵਨਾਵਾਂ ਦੇ ਬਾਹਰ ਵਹਿਣ ਦੇ ਵਿੱਚ ਵਹਿਣ ਤੋਂ ਰੋਕਦੇ ਆ, ਜਿਹੜਾ ਕਿ ਅਸੀਂ ਆਮ ਹੀ ਬਹਿ ਜਾਂਦੇ ਆ ਕਿਉਂਕਿ ਅਸੀਂ ਬੜੀ ਜਲਦੀ ਭਾਵਨਾਵਾਂ ਦੇ ਵਿੱਚ ਵਹਿੰਦੇ ਆ ਨਾ। ਤੇ ਅਸੀਂ ਇੱਥੇ ਦੇਖਦੇ ਕਿ ਖੁਦਾ ਨੇ ਕਿਸੇ ਨੂੰ ਕੰਡਮ ਨਹੀਂ ਕੀਤਾ। ਉਹ ਕਹਿੰਦੇ ਕਿ ਜਾ ਕੇ ਜਿਹੜੀ ਮੂਸਾ ਨੇ ਭੇਟ ਠਹਿਰਾਈ ਸੀਗੀ, ਦੇ ਉਹਨੂੰ, ਪਹਿਲਾਂ ਅਸੀਂ ਪਿੱਛੇ ਦੇਖਿਆ, ਤੇ ਜਿਹੜਾ ਵੀ ਤੁਹਾਡਾ ਕਾਨ ਠਹਿਰਾਇਆ ਗਿਆ ਉਹਨੂੰ ਜਾ ਕੇ ਟੈਸਟ ਕਰਵਾ, ਕਿਉਂਕਿ ਉਸ ਵੇਲੇ ਕੋੜੀਆਂ ਨੂੰ ਟੈਸਟ ਕਰਾਉਣਾ ਪੈਂਦਾ ਸੀ ਪਹਿਲਾਂ ਆਪਣੇ ਆਪ ਨੂੰ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਅਸੀਂ ਦੇਖ ਰਹੇ ਕਿ ਕੋਰੋਨਾ ਦੇ ਵਿੱਚ ਲੋਕਾਂ ਨੂੰ ਟੈਸਟ ਕਰਾਉਣਾ ਪੈਂਦਾ ਹੈ, ਬਲਕਿ ਕਈ ਵਾਰੀ 3 ਟੈਸਟ ਕਰਾਉਣੇ ਪੈਂਦੇ ਆ ਕਿ ਵੀ ਹੈਗਾ ਕਿ ਨਹੀਂ ਹੈਗਾ ਕਿ ਨਹੀਂ, ਮਤਲਬ ਕਿ ਉਹਨੂੰ ਕਿ ਪਹਿਲੇ ਟੈਸਟ ਕਰਾ ਫਿਰ ਦੂਜਿਆਂ ਦੇ ਵਿੱਚ ਵੜੀ, ਹਨਾ। ਅਸੀਂ ਇਹ ਬਿਲਕੁਲ ਦੇਖ ਸਕਦੇ ਹਾਂ ਕਿ ਖੁਦਾਵੰਦ ਯਿਸੂ ਨੇ ਇਹ ਨਹੀਂ ਕਿਹਾ ਕਿ ਤੂੰ ਮੈਂ ਤੈਨੂੰ ਠੀਕ ਕਰਦਾ ਤੇ ਮੈਂ ਤੂੰ ਬਸ ਠੀਕ ਹੈ। ਉਹਨਾਂ ਨੇ ਉੱਥੇ ਰਹਿਣ ਮੁਤਾਬਿਕ ਵੀ ਉਹਨੂੰ ਉਹਦੇ ਵਿੱਚੋਂ ਦੀ ਵੀ ਲੰਘਣ ਲਈ ਉਹਨੂੰ ਪ੍ਰੇਰਿਤ ਕੀਤਾ ਨਾ। ਕੱਲ੍ਹ ਅਸੀਂ ਦੇਖਦੇ ਹੈਗੇ ਕਿ ਜਦੋਂ ਫਿਰ ਦੇਖੋ ਖੁਦਾਵੰਦ ਯਿਸੂ ਮਸੀਹ ਕ੍ਰੈਡਿਟ ਬਹੁਤ ਜ਼ਰੂਰ ਦਿੰਦੇ ਆ। ਇਹ ਨਹੀਂ ਕਿ ਉਹ ਕ੍ਰੈਡਿਟ ਦੇਣ ਤੋਂ, ਜਿੱਦਾਂ ਆਪਾਂ ਦੂਸਰੀ ਦੁਨੀਆ ਨੂੰ, ਜਿਵੇਂ ਤੁਸੀਂ ਸਮਝਦੇ ਹੋ ਕਿ ਜਦੋਂ ਕੋਈ ਐਸਾ ਮੁਸ਼ਾਰਾ ਹੋਵੇ, ਜਿਹੜਾ ਕਿ ਮੈਂ ਓਬਵੀਅਸਲੀ ਪੋਇਟਿਸ ਰਹਿ ਚੁੱਕੀ ਹਾਂ ਨਾ, ਤੇ ਮਤਲਬ ਜਦੋਂ ਮੈਂ ਆਪਣੀ ਨਜ਼ਮ ਪੜ੍ਹਦੀ ਸੀਗੀ ਤੇ ਮੈਨੂੰ ਪਤਾ ਹੈ ਕਿ ਮੇਰੇ ਬੱਚੇ ਕਈ ਵਾਰੀ ਮੇਰੇ ਨਾਲ ਹੀ ਹੁੰਦੇ ਸੀ ਅਕਸਰ, ਹਨਾ, ਤੇ ਬੱਚਿਆਂ ਨੂੰ ਸਮਝ ਨਹੀਂ ਸੀ ਪੈਂਦੀ ਕਿ ਉਹ ਵਾਹ ਕੀ ਕਹਿੰਦੇ ਆ, ਤੇ ਉਹ ਕ੍ਰੈਡਿਟ ਹੁੰਦਾ ਦਰਅਸਲ ਜਦੋਂ ਖੁਸ਼ ਹੁੰਦੇ ਆ ਤੁਹਾਨੂੰ ਵਾਹ ਕਹਿੰਦੇ ਜਾਂ ਮੁਕਰਰ ਕਹਿੰਦੇ ਨਾ, ਤੇ ਕਿਉਂਕਿ ਉਹ ਖੁਸ਼ ਹੁੰਦੇ, ਜੋ ਕੁਛ ਤੁਸੀਂ ਤੁਹਾਡੇ ਦਿਲ ਦੀ ਆਵਾਜ਼ ਨੇ ਕਿਹਾ ਹੁੰਦਾ ਉਸ ਵੇਲੇ, ਉਹ ਤੋਂ ਖੁਸ਼ ਹੁੰਦੇ, ਕਈ ਟ੍ਰਾਂਸਫਾਰਮ ਹੋ ਜਾਂਦੇ ਹੋ ਕਈਆਂ ਨੂੰ, ਉਹ ਦੁਨਿਆਵੀ ਖੁਸ਼ੀ ਆ। ਪਰ ਇੱਥੇ ਅਸੀਂ ਵਾਪਸ ਬੈਕ ਟੂ ਨੋਰਮਲ ਅਸੀਂ ਇੱਥੇ ਹੋਣੇ ਕਿ ਖੁਦਾਵੰਦ ਯਿਸੂ ਮਸੀਹ ਕ੍ਰੈਡਿਟ ਨਹੀਂ ਕਿਸੇ ਦਾ ਰੱਖ ਦੇਗਾ ਨਾ, ਉਹ ਫੌਰਨ ਦਿੰਦੇ ਆ। ਉਹ ਜਦੋਂ ਉਹ ਕਹਿੰਦਾ ਆ, ਮਤਲਬ ਇੱਥੇ ਕਹਿੰਦਾ ਕਿ ਇੰਨੇ ਸਾਦੇ, ਇੰਨੇ ਹਲੀਮ, ਇੰਨੇ ਪਿਆਰ ਨਾਲ ਭਰੇ ਹੋਏ, ਗੁੜੁੱਚੇ ਹੋਏ, ਹਨਾ। ਤੇ ਜਦੋਂ ਉਹਨੂੰ ਕਹਿੰਦਾ ਕਿ ਮੇਰਾ ਨੌਕਰ ਜਿਹੜਾ ਹੈ ਨਾ, ਉਹਨੂੰ ਦੌਰਾ ਪਿਆ ਹੋਇਆ ਹੈ, ਮਤਲਬ ਉਹਨੂੰ ਉਹ ਝੋਲੇ ਨਾਲ, ਝੋਲਾ ਹੁੰਦਾ ਜਦੋਂ ਨਾ ਇਨਸਾਨ ਏਦਾਂ ਕਰਨ ਲੱਗ ਜਾਏ, ਉਹਨੂੰ ਝੋਲਾ ਕਹਿੰਦੇ ਆ ਨਾ ਪੰਜਾਬੀ ਚ, ਤੇ ਉਹ ਝੋਲਾ ਉਹਦਾ ਉਹਨੂੰ ਦੌਰਾ ਪਿਆ ਹੋਇਆ ਦਾ, ਤੇ ਉਹ ਕਹਿੰਦਾ ਕਿ ਤੂੰ ਉਹਨੂੰ ਠੀਕ, ਉਹ ਪਿਆ ਹੋਇਆ ਸਿਰਫ ਏਦਾਂ ਕਹਿੰਦਾ, ਤੇ ਉਹ ਖੁਦਾਵੰਦ ਯਿਸੂ ਮਸੀਹ ਕਹਿੰਦੇ ਮੈਂ ਹੁਣੇ ਆਇਆ ਨਾ, ਮਤਲਬ ਇਹ ਨਹੀਂ ਉਹਨੇ ਬਿਲਕੁਲ ਹੀ ਉਹਨੇ ਕਿਹਦੀ ਸ਼ਰਤਾਂ ਲੈ ਜਾਣਾ, ਕਹਿੰਦੇ ਕਿ ਸਾਰੀ ਦੁਨੀਆ ਉਹਨਾਂ ਨੇ ਬਣਾਈ ਆ, ਉਹਨਾਂ ਨੂੰ ਸੂਗ ਨਹੀਂ ਕਿਸੇ ਤੋਂ ਨਾ, ਪਰ ਉਹ ਸੂਗ ਮੰਨਦਾ ਹੈ
ਜਿਸ ਤਰ੍ਹਾਂ ਹੁਣ ਫਰਜ਼ ਕੀਤਾ ਮੈਂ ਹੁਣ ਤੁਹਾਨੂੰ ਐਗਜ਼ਾਮਪਲ ਤੁਹਾਡੇ ਪ੍ਰਾਈਮ ਮਿਨਿਸਟਰ ਦੀ ਦੇ ਸਕਦੀ ਹਾਂ ਕਿ ਤੁਹਾਡਾ ਪ੍ਰਾਈਮ ਮਿਨਿਸਟਰ ਤੁਸੀਂ ਸੋਚੋ ਉਹ ਮੇਰੀ ਛੱਤ ਉੱਤੇ ਕਿੱਦਾਂ ਆ ਸਕਦਾ, ਇੱਥੇ ਤਾਂ ਆ ਹੈ ਨਹੀਂ, ਉਹ ਤੁਸੀਂ ਬੈਠਣ ਨੂੰ ਚੀਜ਼ਾਂ ਸਾਫ਼ ਕਰਦੇ ਫਿਰੋ, ਮੈਂ ਕਿੱਥੇ ਬਿਠਾਉਂਗਾ ਉਹਨੂੰ। ਹਾਂ ਤੇ ਪਰ ਖੁਦਾ ਯਿਸੂ ਸੀ ਉਹਨਾਂ ਨੂੰ ਕੋਈ ਨਹੀਂ, ਪਰ ਉਹ ਉਹਨਾਂ ਦੀ ਇੱਜ਼ਤ ਕਰਦਾ, ਦੇਖੋ ਉਹਦੀ ਇੱਜ਼ਤ, ਕਹਿੰਦਾ ਨਹੀਂ ਮੇਰਾ ਘਰ ਇਸ ਕਾਬਿਲ ਨਹੀਂ ਹੈਗਾ ਕਿ ਮੈਂ ਤੈਨੂੰ ਆਪਣੇ ਘਰ ਦੇ ਵਿੱਚ ਬਿਠਾ ਸਕਾਂ, ਤੂੰ ਹੁਕਮ ਹੀ ਕਰਦੇ, ਤੇਰੇ ਹੁਕਮ ਨਾਲ ਤਾਂ ਵਚਨ ਬਣਿਆ ਹੋਇਆ, ਤੇਰੇ ਹੁਕਮ ਨਾਲ ਦੁਨੀਆ ਬਣੀ ਹੋਈ। ਪਰ ਖੁਦਾਵੰਦ ਯਿਸੂ ਮਸੀਹ ਕਹਿੰਦਾ ਏਦਾਂ ਦੀ ਨਿਸ਼ਚਾ ਮੈਂ ਨਹੀਂ ਦੇਖੀ ਇਸਰਾਇਲ ਦੇ ਵਿੱਚ ਵੀ। ਕਹਿੰਦਾ ਬਥੇਰੇ ਲੋਕੀ ਜਿਹੜੇ ਆ ਉਹ ਅਬਰਾਹਮ ਇਸਹਾਕ ਯਾਕੂਬ ਦੇ ਨਾਲ ਬੈਠਣਗੇ, ਪਰ ਜਿਹੜੇ ਰਾਜ ਦੇ ਪੁੱਤਰ ਆ ਉਹ ਅੰਧੇਰ ਦੇ ਵਿੱਚ ਚੱਲੇ, ਭਾਵ ਜਿਹੜੇ ਮਸੀਹ ਘਰ ਦੇ ਵਿੱਚ ਜੰਮੇ ਹੋਏ ਲੋਕੀ ਮਸੀਹਤ ਨੂੰ ਨਹੀਂ ਪਛਾਣਦੇ, ਮਸੀਹਤ ਨੂੰ ਨਹੀਂ ਜਾਣਦੇ, ਮਸੀਹਤ ਦੀ ਇੱਜ਼ਤ ਨਹੀਂ ਕਰਦੇ, ਦੂਸਰੀਆਂ ਚੀਜ਼ਾਂ ਨੂੰ ਮਸੀਹਤ ਦੇ ਉੱਤਰ ਲਿਆ ਕੇ ਠੱਪ ਦਿੰਦੇ ਆ। ਕਹਿੰਦਾ ਉਹ ਬਾਹਰ ਜਾਣਗੇ ਤੇ ਦੂਸਰੀਆਂ ਕੌਮਾਂ ਦੇ ਵਿੱਚੋਂ ਉਹ ਲੋਕੀ ਜਿਹੜੇ ਇੱਜ਼ਤ ਕਰਦੇ ਆ ਮੇਰੀ, ਜਿਹੜੇ ਮੇਰੇ ਵਿਛੜੇ ਹੋਏ ਆ ਸਦੀਆਂ ਤੋਂ, ਤੇ ਉਹ ਮਤਲਬ ਜਦੋਂ ਮੈਨੂੰ ਮਿਲਦੇ ਆ ਕੇ ਤੇ ਮੈਨੂੰ ਏਦਾਂ ਮਿਲਦੇ ਆ ਕਿ ਜਿੱਦਾਂ ਕਦੀ ਮੇਰੇ ਤੋਂ ਦੂਰ ਹੀ ਨਹੀਂ ਹੋਏ ਹੋਣਗੇ। ਕਹਿੰਦਾ ਉਹ ਜਿਹੜੀ ਨਿਸ਼ਚਾ ਆ ਉਹਨੇ ਮੈਨੂੰ ਖਰੀਦ ਲਿਆ ਇੱਕ ਤਰ੍ਹਾਂ ਨਾਲ। I love it, I love it, I love it, I love Lord Jesus Christ, ਹੈ ਨਾ, I love him so much, ਹੈ ਨਾ। ਅੱਜ ਚੀਜ਼ ਜਿਹੜੀ ਖੁਦਾ ਯਿਸੂ ਮਸੀਹ ਦਾ ਉਹ it's beautiful and beautiful, ਹੈ ਨਾ। ਸੋ ਮੈਂ ਇਹਦੇ ਚ ਅੱਗੇ ਜਾਣੀ ਆ, ਭਾਵਨਾ ਉਹਨੇ ਵੇਖਣਾ ਮਾਮਾ ਮੈਂ ਵੀ ਅੱਗੇ ਜਾਣੀ। ਕਹਿੰਦੇ ਕਿ ਮਤਲਬ ਆਪਾਂ ਇਹਦਾ ਕਰ ਲਿਆ ਹੋਇਆ ਵਿਆਖਿਆ ਕਿ ਉਹ ਕਹਿੰਦੇ ਮੁਰਦਿਆਂ ਨੂੰ ਮੁਰਦੇ ਜਿਹੜੇ ਉਹ ਦੱਬਣਗੇ। ਅਸੀਂ ਅੱਗੇ ਦੇਖਦੇ ਕਿ ਉਹ ਕਹਿੰਦੇ ਕਿ ਜਦੋਂ ਮਤਲਬ ਬੇੜੀ ਜਿਹੜੀ ਆ ਉਹ ਡੁੱਬਣ ਲੱਗਦੀ ਆ ਤੇ ਇੱਥੇ ਚੇਲੇ ਜਿਹੜੇ ਉਹਦੇ ਨਾਲ ਰਹੇ, ਜਿਹਨਾਂ ਨੇ ਖਾਧਾ ਪੀਤਾ, ਉਹਨਾਂ ਦੇ ਨਾਲ ਢਾਸਣਾ ਲਾ ਕੇ ਬੈਠੇ ਰਹੇ, ਉਹਨਾਂ ਦੇ ਨਾਲ ਮਤਲਬ ਹਰ ਵੇਲੇ ਹਰ ਤਰ੍ਹਾਂ ਦੇ ਉਹਨਾਂ ਨੇ ਦੇਖੇ ਹੈਗੇ ਆ ਮਿਰੇਕਲਸ ਹੁੰਦੇ ਹੈ ਨਾ। ਉਹਨਾਂ ਦੀ ਇੱਕ ਗੱਲ ਕੀਤੀ ਕਿ ਮੈਂ ਕਹਿੰਦਾ ਕਿ ਜਿਹੜੇ ਲੋਕੀ ਦੂਰੋਂ ਆਏ ਆ ਨਾ ਉਹ ਜ਼ਿਆਦਾ ਵਿਸ਼ਵਾਸ ਰੱਖਦੇ। ਉਹਨਾਂ ਨੂੰ ਫਿਰ ਇੱਥੇ ਕਹਿੰਦੇ ਜਦੋਂ ਕਿੰਨੀ ਇੰਟਰਸਟਿੰਗ ਗੱਲ ਹੈ ਇੱਥੇ ਕਿ ਮਤਲਬ ਉਹ ਸੁੱਤੇ ਪਏ ਆ, ਮਤਲਬ ਤੂਫਾਨ ਚੱਲ ਰਿਹਾ। ਅੱਜ ਵੀ ਅਸੀਂ ਦੇਖ ਸਕਦੇ ਦੁਨੀਆ ਉੱਤੇ ਕਿੱਦਾਂ ਦਾ ਤੂਫਾਨ ਚੱਲ ਰਿਹਾ, ਤੇ ਪਰ ਜਿਹੜੇ ਖੁਦਾ ਦੇ ਵਿਸ਼ਵਾਸ ਵਾਲੇ ਲੋਕੀ ਆ, ਉਹਦੇ ਵਿੱਚ ਡੁੱਬੇ ਹੋਏ ਲੋਕੀ ਆ, ਉਹਦੇ ਖੂਨ ਦੇ ਵਿੱਚ ਨਹਾਤੇ ਹੋਏ ਲੋਕੀ ਆ, ਹਰ ਵੇਲੇ ਉਹਦੇ ਖੂਨ ਨੂੰ ਆਪਣੇ ਉੱਤੇ ਰੱਖਣ ਵਾਲੇ ਲੋਕੀ ਆ, ਉਹ ਤਾਂ ਇਸ ਜਿਹੜਾ ਤੂਫਾਨ ਆ ਉਹਦੇ ਵਿੱਚ ਉਹਨਾਂ ਨੂੰ ਤਾਂ ਕੋਈ ਨਹੀਂ, ਉਹ ਤਾਂ ਸੁੱਖ ਦੀ ਨੀਂਦ ਸੌਂਦੇ ਆ, ਸੁੱਖ ਦੀ ਨੀਂਦ ਉੱਠਦੇ ਆ, ਸੁੱਖ ਦੀ ਨੀਂਦ ਜਿਉਂਦੇ ਆ, ਸੁੱਖ ਦੀ ਨੀਂਦ ਮਰਦੇ ਆ। ਅਗਰ ਜਾਣੀ ਵੀ ਆ, ਖਤਮ ਹੋਣੀ ਵੀ ਆ, ਤੇ ਮੈਨੂੰ ਇੱਥੇ ਮੇਰੀ ਇੱਕ ਛੋਟੀ ਜਿਹੀ ਨਜ਼ਮ ਜਾਂਦੀ, ਮੈਂ ਕਹਿੰਦੀ ਹਾਂ ਕਿ ਉਹਦੇ ਚ ਮੈਂ ਕਹਿੰਦੀ ਹਾਂ ਕਿ ਮੈਂ ਤਾਂ ਯਿਸੂ ਦੀ ਗੋਦ ਚ ਜਾ ਸੋਣਾ, ਹਨਾ। ਮਤਲਬ ਜਿਹੜੇ ਲੋਕੀ ਨੈਗੇਟਿਵ ਹੁੰਦੇ ਉਹਨਾਂ ਨੂੰ ਕਹਿੰਦੀ ਜਿੰਨੇ ਮਰਜ਼ੀ ਟੂਣੇ ਟੱਪਣੇ ਕਰ, ਮੈਨੂੰ ਨਹੀਂ ਯਿਸੂ ਚ ਕਿਸੇ ਦਾ ਵੀ ਡਰ, ਮੈਂ ਤਾਂ ਯਿਸੂ ਦੀ ਗੋਦ ਵਿੱਚ ਜਾ ਸੋਣਾ, ਹਨਾ। ਸੋ ਉਹਨਾਂ ਨੂੰ ਨਹੀਂ ਡਰ ਕਿਸੇ ਵੀ ਨੈਗੇਟਿਵ ਐਨਰਜੀ ਦਾ, ਕਿਉਂਕਿ ਨੈਗੇਟਿਵ ਐਨਰਜੀ ਜਿਹੜੀ ਆ ਖੁਦਾਵੰਦ ਯਿਸੂ ਮਸੀਹ ਨੇ ਉਹਨੂੰ ਫੇਰ ਕੇ ਉਹਦੇ ਉੱਤੇ ਖੁਦਾਵੰਦ ਯਿਸੂ ਮਸੀਹ ਨੇ ਸਾਨੂੰ ਜਿਹੜਾ ਨਾ ਸਾਡਾ ਕਾਇਮ ਕੀਤਾ ਆ, ਸਾਡੇ ਨਾਲ ਆਪਣੀ ਮਿਨਿਸਟਰੀ ਤੇ ਜਿਹੜੀ ਸਾਡੇ ਵਿੱਚ ਉਹਨਾਂ ਨੇ ਸਾਡੀ ਇੱਕ ਹੋਂਦ ਉਹਦੇ ਵਿੱਚ ਕਾਇਮ ਕੀਤੀ ਆ। ਜਿਸ ਤਰ੍ਹਾਂ ਵੀ ਕਹਿੰਦੇ ਕਿ ਮਤਲਬ ਝੰਡਾ ਗੱਡਿਆ ਆ ਉਹਦੇ ਉੱਤੇ, ਉਹਨੇ ਕਿਹਾ ਕਿ ਮਤਲਬ ਸਾਰੀਆਂ ਚੀਜ਼ਾਂ ਨੂੰ ਸਹਿ ਕੇ ਉਹਦੇ ਉੱਤੇ ਆਪਣਾ ਝੰਡਾ ਗੱਡਿਆ ਜਿੱਤ ਦਾ, ਹਨਾ। ਤੇ ਅਸੀਂ ਉਸ ਜਿੱਤ ਦੇ ਵਿੱਚ ਜਿੱਤੇ ਹੋਏ ਲੋਕੀ ਆ, ਤੇ ਸਾਨੂੰ ਕਾਹਦੇ ਲਈ ਡਰ ਹੋਵੇ ਕਿਸੇ ਦਾ ਨਾ। ਥੋੜੀ ਪਤੀਤ ਵਾਲੇ ਮਤਲਬ ਹੈਰਾਨ ਹੁੰਦੇ ਆ ਕਿ ਉਹ ਕਹਿੰਦੇ ਪਾਣੀ ਤੇ ਪੌਣੇ ਦੀ ਗੱਲ ਮੰਨ ਲੈਂਦੇ ਆ, ਤੇ ਮਤਲਬ ਅਸੀਂ ਇਹਦੇ ਨਾਲ ਉਹਦੇ ਨਾਲ ਹੁੰਦੇ ਹੋਏ ਇੰਨਾ ਡਰਦੇ ਆ ਨਾ। ਕਿਉਂ? ਖੁਦਾਵੰਦ ਸੁੱਤੇ ਪਏ ਸੀਗੇ, ਖੁਦਾਵੰਦ ਉਹਨਾਂ ਕੋਲੋਂ ਐਕਸਪੈਕਟ ਕਰਦੇ ਸੀ ਉਸ ਵੇਲੇ ਕਿ ਉਹ ਹੁਕਮ ਦੇਣ ਪਾਣੀ ਨੂੰ ਤੇ ਪਾਉਣ ਨੂੰ, ਜਿੱਦਾਂ ਖੁਦਾਵੰਦ ਯਿਸੂ ਮਸੀਹ ਦਿੰਦੇ। ਉਹਨਾਂ ਦੇ ਨਾਲ ਜਦੋਂ ਹੁਣ ਕਈ ਵਾਰੀ ਕੀ ਹੁੰਦਾ, ਮੇਰੀ ਮਾਂ ਨੇ ਕਦੇ ਮੈਨੂੰ ਏਦਾਂ ਬੇਲ ਕੇ ਰੋਟੀਆਂ ਨਹੀਂ ਪਕਾਉਣੀਆਂ ਸਿਖਾਈਆਂ, ਕਿਉਂਕਿ ਮੇਰੀ ਮਾਂ ਨੂੰ ਬਿਲਕੁਲ ਪਸੰਦ ਨਹੀਂ ਸੀਗਾ ਮੈਨੂੰ ਕੋਈ ਇਹ ਚੀਜ਼ ਸਿਖਾਉਣੀ, ਪਰ ਮੈਂ ਦੇਖ ਕੇ ਸਿੱਖੀ ਆ ਮਾਂ ਨੂੰ। ਮੇਰੀ ਮੰਮਾ ਨੂੰ ਦੇਖ ਕੇ ਮੈਂ ਉਹਨਾਂ ਕੋਲ ਰੋਟੀਆਂ ਪਕਾਉਣੀਆਂ ਸਿੱਖੀਆਂ। ਤਾਂ ਮੈਨੂੰ ਮੱਕੀ ਦੀਆਂ ਰੋਟੀਆਂ ਬਣਾਉਣੀਆਂ ਜਿਹੜੀਆਂ ਉਹ ਬਿਲਕੁਲ ਉਸੇ ਤਰ੍ਹਾਂ ਆਉਂਦੀਆਂ ਜਿੱਦਾਂ ਮੰਮੀ ਬਣਾਉਂਦੇ, ਕਿਉਂਕਿ ਮੈਨੂੰ ਇੰਨਾ ਅੱਛਾ ਲੱਗਦਾ ਸੀ ਉਹਨਾਂ ਨੂੰ ਦੇਖ ਕੇ ਕਿ ਉਹ ਆਰਟਿਸਟਿਕ ਤਰੀਕੇ ਦੇ ਨਾਲ ਜਿੱਦਾਂ ਬਣਾਉਂਦੇ ਸੀ, ਉਹਦੇ ਉੱਤੇ ਇੰਨਾ ਵਧੀਆ ਇੱਕ ਸ਼ੇਪ ਬਣ ਜਾਂਦੀ ਸੀ ਜਿਹੜੀ ਇੰਟਰਸਟਿੰਗਲੀ ਲੁੱਕ ਸੀਗੀ। ਮਤਲਬ ਇੱਥੇ ਖੁਦਾਵੰਦ ਯਿਸੂ ਮਸੀਹ ਇਸ ਚੀਜ਼ ਤੋਂ ਉਹਨਾਂ ਉੱਤੇ ਔਖੇ ਆ ਕਿ ਤੁਹਾਨੂੰ ਇੰਨਾ ਚਿਰ ਮੇਰੇ ਨਾਲ ਰਹਿੰਦੇ ਨੂੰ ਹੋ ਗਿਆ ਤੇ ਤੁਸੀਂ ਹਜੇ ਤੱਕ ਪੌਣ ਨੂੰ ਦਬਕਾ ਨਹੀਂ ਮਾਰ ਸਕਦੇ, ਪਾਣੀ ਨੂੰ ਤੁਸੀਂ ਹੁਕਮ ਨਹੀਂ ਦੇ ਸਕਦੇ, ਤੁਸੀਂ ਮੇਰੇ ਨਾਲ ਰਹੇ ਹੋ ਨਾ। ਤਾਂ ਮਤਲਬ ਇੱਥੇ ਉਹਨਾਂ ਤੇ ਹੈ ਕਿ ਜਿਹੜੇ ਖੁਦ ਇਸੇ ਤਰ੍ਹਾਂ ਮੈਂ ਦੁਨਿਆਵੀ ਤੁਹਾਨੂੰ ਐਗਜ਼ਾਮਪਲ ਦਿੱਤੀ ਆ ਕਿ ਮੋਸਟਲੀ ਜਿਹੜੇ ਹੈ ਨਾ ਬਹੁਤ ਆਰਟਿਸਟਿਕ ਲੋਕੀ ਹੈਗੇ ਆ, ਜਾਂ ਆਰਟ ਮੈਂ ਕਰਕੇ ਯੂਜ਼ ਕਰ ਲੈ ਲਫ਼ਜ਼ ਕੇ, ਮਤਲਬ ਇਹ ਵੀ ਇੱਕ ਆਰਟ ਹੈ ਕਿ
ਟੈਲੈਂਟ ਹੈ ਕਿ ਤੁਸੀਂ ਜਦੋਂ ਦੇਖਦੇ ਹੋ ਕੁਛ ਤੇ ਤੁਹਾਡੀ ਅੱਖਾਂ ਦਿਖਦੀਆਂ ਰਹਿ ਜਾਂਦੀਆਂ, ਤੁਸੀਂ ਅੱਖਾਂ 'ਚ ਉਹਨਾਂ ਚੀਜ਼ਾਂ ਨੂੰ ਪਿਕਚਰ ਕਰ ਲੈਂਦੇ ਆ, ਮਤਲਬ ਤੁਹਾਡੀ ਅੱਖਾਂ ਦੇ ਵਿੱਚ ਉਹ ਚੀਜ਼ ਜਿਹੜੀ ਹੈ ਨਾ ਉਹ ਫੋਟੋਗ੍ਰਾਫਿਕ ਮੈਮਰੀ 'ਚ ਕੈਦ ਹੋ ਜਾਂਦੀ ਹੈ, ਤੇ ਤੁਸੀਂ ਜਦੋਂ ਕਰਨਾ ਹੁੰਦਾ ਤੁਸੀਂ ਆਪਣੀ ਵੀ ਜਿਹੜੀ ਤੁਹਾਡੀ ਆਪਣੀ ਵੀ ਉਹਦੇ ਵਿੱਚ ਇੰਥਿਊਜ਼ੀਅਜ਼ਮ ਆ ਉਹਨੂੰ ਵੀ ਰਲਾ ਦਿੰਦੇ, ਤਾਂ ਫਿਰ ਖੁਦਾ ਦਾ ਉਹ ਬੱਚਨ ਪੂਰਾ ਇੱਥੇ ਹੁੰਦਾ। ਉਹ ਕਹਿੰਦਾ ਕਿ ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ, ਕਿਉਂਕਿ ਤੁਸੀਂ ਮੈਂ ਤੁਹਾਨੂੰ ਇਹ ਮਤਲਬ ਜਿਹੜੇ ਕੰਮ ਮੈਂ ਕਰਦਾ ਤੁਸੀਂ ਮੇਰੇ ਤੋਂ ਵੱਡੇ ਵੱਡੇ ਕੰਮ ਕਰੋਗੇ, ਕਿਉਂਕਿ ਜਦੋਂ ਤੁਸੀਂ ਖੁਦਾ ਦੀ ਹਜ਼ੂਰ ਦੇ ਵਿੱਚ ਜਾ ਕੇ ਉਹਦੀ ਤਾਕਤ ਸਾਰੀ ਆਪਣੇ ਨਾਲ ਲੈ ਲਈ, ਪਿਤਾ ਪੁੱਤਰ ਪਵਿੱਤਰ ਆਤਮਾ ਦੀ, ਤੇ ਉਹਨੇ ਤੁਹਾਨੂੰ ਵੀ ਤਾਕਤਵਰ ਬਣਾਇਆ, ਤੇ ਤੁਸੀਂ ਆਪੇ ਹੀ ਉਹ ਕੰਮ ਕਰੋਗੇ ਜਿਹੜੇ ਖੁਦਾ ਯਿਸੂ ਮਸੀਹ ਚਾਹੁੰਦਾ ਹੈ, ਤੇ ਜਿਹੜੇ ਉਹ ਚਾਹੁੰਦਾ ਹੈ ਫਿਰ ਚਾਹੁੰਦਾ ਹੈ ਫਿਰ ਚਾਹੁੰਦਾ ਹੈ ਫਿਰ ਚਾਹੁੰਦਾ। ਤੁਸੀਂ ਫਰਜ਼ ਕੀਤਾ ਮਹੀਨੇ ਦੀ ਖੁਦਾ ਯਿਸੂ ਮਸੀਹ ਦੀ ਜਿਹੜੀ ਇੱਛਾ ਆ ਉਹਨੂੰ ਇਕੱਠਾ ਜੇ ਕਰ ਦੋਗੇ ਤੇ ਆਪੇ ਤੁਸੀਂ ਉਹ ਕਹਿੰਦੇ ਕਿ ਤੁਸੀਂ, ਕਿਉਂਕਿ ਉਹਨਾਂ ਨੇ 3 ਸਾਲਾਂ ਦੇ ਵਿੱਚ ਦੀ ਮਿਨਿਸਟਰੀ ਜਿਹੜਾ ਕੰਮ ਕੀਤਾ, ਜੇ ਤੁਸੀਂ 30 ਸਾਲਾਂ ਚ ਕੰਟੀਨਿਊਸਲੀ ਕਰ ਰਹੇ ਹੋ ਤਾਂ ਤੁਸੀਂ ਵੱਡੇ ਕੰਮ ਕਰ ਰਹੇ ਹੋ, ਤੁਸੀਂ ਖੁਦਾ ਦੇ ਲਈ ਵੱਡੇ ਕੰਮ ਕਰ ਰਹੇ ਹੋ ਨਾ। ਇੱਥੇ ਅਸੀਂ ਆਹ ਦੇਖਦੇ ਹਾਂ। ਅੱਗੇ ਅਸੀਂ ਦੇਖਦੇ ਹਾਂ ਕਿ who can this be, ਕਿ ਕਿਹਨੂੰ ਇਹ ਹੁਕਮ ਦਿੱਤਾ ਗਿਆ ਆ। ਵੈਸੇ ਇਹਦੇ ਵਿੱਚ ਵੀ ਵੈਸੇ ਇਹਨੂੰ ਕਵਰ ਕਰ ਲਿਆ ਕਿ ਇਹ ਉਹਨਾਂ ਨੇ ਹਰ ਕਿਸੇ ਨੂੰ ਕਿਹਾ ਆ ਕਿ ਜਿਹੜੀ ਮੁਨਾਦੀ ਕਰਨ ਦਾ ਇਹ ਨਹੀਂ ਹੈ ਕਿ ਮੁਨਾਦੀ ਕਰਨ ਦਾ ਹੁਕਮ ਸਿਰਫ ਔਰ ਸਿਰਫ ਮਸੀਹੀ ਘਰ ਚ ਜੰਮੇ ਹੋਏ ਬੱਚਿਆਂ ਨੂੰ ਆ। ਮੁਨਾਦੀ ਕਰਨ ਦਾ ਹੁਕਮ ਦੁਨੀਆ ਦੇ ਹਰ ਉਸ ਇਨਸਾਨ ਨੂੰ ਹੈਗਾ ਆ, ਹਰ ਉਸ ਇਨਸਾਨ ਨੂੰ ਜਿਹਨੇ ਖੁਦਾਵੰਦ ਯਿਸੂ ਮਸੀਹ ਦੀ ਜਿਹੜੀ ਜੀਵਨ ਯਾਤਰਾ ਆ ਉਹਨੂੰ ਸੁਣਿਆ ਆ, ਸਮਝਿਆ ਆ, ਇੰਜੋਏ ਕੀਤਾ ਆ, ਉਹਦੇ ਵਿੱਚੋਂ ਆਪਣੇ ਆਪ ਦੀਆਂ ਗਲਤੀਆਂ ਨੂੰ ਪਰੇ ਹੁੰਦਿਆਂ ਦੇਖਿਆ ਆ, ਆਪਣੀ ਬੁਰੀ ਜ਼ਿੰਦਗੀ ਨੂੰ ਪਰੇ ਜਾਂਦਿਆਂ ਦੇਖਿਆ, ਅੱਛੀ ਜ਼ਿੰਦਗੀ ਨੂੰ ਆਉਂਦਿਆਂ ਦੇਖਿਆ ਆ, ਆਪਣੇ ਆਪ ਨੂੰ ਹਰ ਰੋਜ਼ ਥੋੜਾ ਥੋੜਾ ਕਰਕੇ ਇੱਕ ਦਰਖਤ ਦੀ ਤਰ੍ਹਾਂ ਪੌਦੇ ਤੋਂ ਵੱਧਦਾ ਦੇਖਿਆ। ਅਗਰ ਉਹ ਤਰਸ ਨਹੀਂ ਕਰਦਾ ਦੂਸਰੇ ਲੋਕਾਂ ਤੋਂ, ਉਹਨਾਂ ਨੂੰ ਹਰ ਰੋਜ਼ ਮਰਦੇ ਦੇਖਦਾ ਆ, ਤੇ ਉਹਦੇ ਕੋਲ ਦਾ ਹਿਸਾਬ ਲਿਆ ਜਾਵੇਗਾ। ਤੁਹਾਡੀ ਗਲੀ ਦੇ ਵਿੱਚ ਅਗਰ ਹਜ਼ਾਰਾਂ ਲੋਕੀ ਹੈਗੇ, ਉਹਨਾਂ ਵਿੱਚੋਂ 2 ਸ਼ਰਾਬ ਨਾਲ ਰੋਜ਼ ਮਰ ਰਹੇ ਆ, ਤੇ ਤੁਹਾਡੇ ਕੋਲ ਇਹੋ ਜਿਹਾ ਕਲਾਮ ਹੈ ਜਿਹੜਾ ਤੁਸੀਂ ਉਹਨੂੰ ਦੇ ਸਕਦੇ ਆ, ਤੇ ਤੁਸੀਂ ਉਹ ਕਲਾਮ ਦੇ ਨਾਲ ਜੋੜਨ ਦੀ ਬਜਾਏ ਉਹਨਾਂ ਨੂੰ ਕਨੈਕਟ ਕਰਨ ਦੀ ਬਜਾਏ ਅਗਰ ਤੁਸੀਂ ਉੱਥੋਂ ਮੂੰਹ ਮੋੜ ਕੇ ਲੰਘ ਜਾਂਦੇ, ਤੁਸੀਂ ਕਹਿੰਦੇ ਕਿ ਨਹੀਂ ਮੈਨੂੰ ਤਾਂ ਸਮੈਲ ਆਉਂਦੀ ਆ, ਨਹੀਂ ਖੁਦਾ ਤੁਹਾਡੇ ਕੋਲ ਦਾ ਹਿਸਾਬ ਲਏਗਾ। ਸੋ ਸਾਨੂੰ ਹਰ ਕਿਸੇ ਨੂੰ ਖੁਦਾ ਦੀ ਮੁਰਾਦੀ ਕਰਨ ਲਈ ਉਹਦੀ ਪਹਿਲਾਂ ਅੱਗ ਦੇ ਨਾਲ ਭਰਨ ਦੀ ਲੋੜ ਆ, ਉਹਦੀ ਰੂਹ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਆਉਣ ਦੀ ਲੋੜ ਆ। ਭਾਵ ਸਾਨੂੰ 24 ਘੰਟੇ ਵਿੱਚ ਫਿਰ ਉਹੀ ਘਿਸੀ ਪੱਟੀ ਪੁਰਾਣੀ ਗੱਲ ਤੁਸੀਂ ਕਹੋਗੇ ਮੁੜ ਕੇ ਫਿਰ ਆ ਗਈ ਆਪਣੇ ਸਾਹ ਦੇ ਉੱਤੇ ਕਿੰਦਰ, ਜਿੱਥੋਂ ਦੀ ਖੋਤੀ ਉੱਥੇ ਆ ਖਲੋਤੀ ਹੈ ਨਾ। ਫਿਰ ਮੁੜ ਕੇ ਕਹਿੰਦੇ ਆ ਕਿ ਮਤਲਬ ਹਰ ਰੋਜ਼ ਦੇ 3 ਘੰਟੇ, ਹਰ ਰੋਜ਼ ਦੇ 3 ਘੰਟੇ। ਭਾਈ ਅੱਜ ਮੈਂ 3 ਘੰਟੇ ਨਹੀਂ ਕਹਿ ਰਹੀ, ਮੈਂ ਤੇ ਕਹਿੰਦੀ ਹਾਂ ਹਰ ਰੋਜ਼ ਦੇ ਤੁਸੀਂ ਸਾਰੇ ਘੰਟੇ, ਤੁਸੀਂ 24 ਘੰਟਿਆਂ ਦੇ ਵਿੱਚੋਂ ਜੇ ਤੁਸੀਂ 24 ਦੇ ਘੰਟਿਆਂ ਵਿੱਚੋਂ ਹੀ ਮਤਲਬ ਆਪਣਾ ਵਕਤ ਜੀ ਪੂਰਾ ਦਾ ਪੂਰਾ ਹੀ ਖੁਦਾ ਦੇ ਨਾਲ ਸ਼ੁਰੂ ਕਰ ਲਓ। ਤੁਸੀਂ ਸੌਂ ਖਾ ਲਓ ਕਿ ਜਦੋਂ ਵੀ ਤੁਹਾਨੂੰ ਕੋਈ ਬੁਰਾ ਖਿਆਲ ਆਵੇ ਤੁਸੀਂ ਆਪਣੇ ਚੁੰਡੀ ਵੱਢੋ ਜਾਂ ਥੱਪੜ ਮਾਰੋ ਜੋ ਨਾਲ, ਜਦੋਂ ਕਿਸੇ ਦੀ ਚੁਗਲੀ ਕਰਨ ਦੇ ਕਰਦੇ ਥੱਪੜ ਮਾਰੋ ਜੋ ਨਾਲ, ਜਦੋਂ ਕੋਈ ਕਿਸੇ ਕੋਈ ਗਲਤ ਚੀਜ਼ ਆਪਣੇ ਨਾਲ ਤੁਸੀਂ ਆਪਣੇ ਆਪ ਨੂੰ ਉਸ ਵੇਲੇ ਰੋਕੋ, ਤੇ ਤੁਸੀਂ ਹਰ ਵਕਤ ਹੀ ਖੁਦਾ ਦੇ ਨਾਲ ਹੋ ਜਾਓਗੇ। ਤੇ ਫਿਰ ਤੁਸੀਂ ਏਦਾਂ ਦੀ ਸਿਚੁਏਸ਼ਨ ਜਦੋਂ ਦੇਖੋਗੇ ਤੇ ਤੁਸੀਂ ਉਹਨੂੰ ਦੇਖਦੇ ਨਹੀਂ ਰਹਿ ਸਕੋਗੇ। ਹਾਂ ਤੁਹਾਡੇ ਕੋਲ ਬਹੁਤ ਲੋਕੀ ਵੱਖ ਹੋ ਜਾਣਗੇ, ਤੁਸੀਂ ਨਹੀਂ ਪਸੰਦ ਆਓਗੇ ਬਹੁਤ ਲੋਕਾਂ ਨੂੰ, ਕਿਉਂਕਿ ਲੋਕਾਂ ਨੂੰ ਆਮ ਤਰ੍ਹਾਂ ਦੀ ਜਿਹੜੀ ਜ਼ਿੰਦਗੀ ਆ ਨਾ, ਜਿੱਦਾਂ ਦੀ ਜ਼ਿੰਦਗੀ ਉਹ ਦੇ ਵਿੱਚ ਇੱਥੇ ਖੁਦਾ ਵੀ ਤੁਸੀਂ ਕਹਿੰਦੇ ਕਿ ਮੁਰਦੇ ਨੂੰ ਮੁਰਦੇ ਦੱਬਣ ਨੇ, ਲੋਕਾਂ ਨੂੰ ਮੁਰਦੇ ਨੂੰ ਮੁਰਦੇ ਦੱਬਣ ਵਾਲੀ ਜ਼ਿੰਦਗੀ ਬਹੁਤ ਪਸੰਦ ਹੈ। ਪਰ ਤੁਸੀਂ ਆਪਣਾ ਕੰਮ ਕਰਦੇ ਜਾਓ, ਤੁਸੀਂ ਹਰ ਰੋਜ਼ ਜਿਹੜੇ ਮਤਲਬ ਜਿਹੜੇ ਗਲਤ ਚੀਜ਼ਾਂ ਨਾਲ ਜੁੜੇ ਹੋਏ ਆ, ਗਲਤ ਚੀਜ਼ਾਂ ਦੀ ਐਡਿਕਸ਼ਨ ਚ ਫਸੇ ਹੋਏ, ਤੁਸੀਂ ਹਰ ਰੋਜ਼ ਕਹਿੰਦੇ ਰਹੋ ਇੱਕ ਨਾ ਇੱਕ ਦਿਨ ਜ਼ਰੂਰ ਮਤਲਬ ਉਹ ਤੁਹਾਡੀ ਜਿਹੜੀ ਇੱਕ ਨਾ ਇੱਕ ਦਿਨ ਉਹ ਬੀਜ ਜਿਹੜਾ ਉਹ ਪਾਣੀ ਉੱਤੇ ਜਦੋਂ ਪੈਂਦਾ ਜਾਏਗਾ ਤੇ ਇੱਕ ਦਿਨ ਉਹ ਸਿਚੁਏਸ਼ਨ ਜਿਹੜੀ ਹਾਲਾਤ ਨੇ ਗੋਡੀ ਦੇਤੀ ਉਹਨੂੰ, ਭਾਵ ਕੇ ਕੋਈ ਕ੍ਰਾਈਸਿਸ ਏਦਾਂ ਦਾ ਆਇਆ ਕਿ ਉਹ ਹੋਰ ਵੀ ਨੰਬਰ ਹੋ ਗਿਆ ਤੇ ਉਹ ਖੜਾ ਹੋ ਗਿਆ, ਉਹ ਹਰਿਆ ਭਰਿਆ ਲਹਿਰ ਆਉਂਦਾ ਹੋਏਗਾ ਤੇ ਤੁਸੀਂ ਖੁਸ਼ ਹੋਗੇ। ਤੁਸੀਂ ਤੁਹਾਡਾ ਜਿਹੜਾ ਅੰਤਰ ਹੈ ਨਾ ਉਹ ਬਹੁਤ ਇੱਦਾਂ ਛਾਲਾ ਮਾਰੇਗਾ ਕਿ ਜਿਹੜਾ ਉਹ ਬੱਚਾ ਹੈ ਉਹ ਬਚ ਗਿਆ, ਜਾਂ ਉਹ ਵੱਡਾ ਹੈ ਜਿਹੜਾ ਉਹ ਬਚ ਗਿਆ। ਖੁਦਾ ਯਿਸੂ ਮਸੀਹ ਉੱਥੇ ਆਕਾਸ਼ ਦੇ ਵਿੱਚ ਉਸ ਵੇਲੇ ਪਾਰਟੀਆਂ ਹੋਣਗੀਆਂ, ਉਸ ਵੇਲੇ ਉੱਥੇ ਮਤਲਬ ਜਿੱਦਾਂ ਨਹੀਂ ਫਿਰ ਤੁਸੀਂ ਤਾਂ ਹਰ ਰੋਜ਼ ਦੂਸਰੀਆਂ ਚੀਜ਼ਾਂ ਸੁਣ ਕੇ ਕਹਿੰਦੇ ਹੋ ਨਾ ਖੁਸ਼ ਹੁੰਦੇ ਹੋਵੋਗੇ ਕਿ ਜਿਹੜੇ ਅੱਜ ਫਲਾਣੇ ਦਾ ਗੀਤ ਗਾਣਾ ਆ ਗਿਆ, ਧਮਕੇ ਦਾ ਗਾਣਾ ਆ ਗਿਆ, ਉਂਕੜੇ ਦੀ ਫਿਲਮ ਆ ਗਈ, ਜਾਂ ਉਂਕੜੇ ਦੀ ਫਿਲਮ ਆ ਗਈ, ਤੇ ਫਿਰ ਤੁਸੀਂ ਸੁਣਦੇ ਹੋ ਕਿ ਅਭੀ ਤਾਂ ਪਾਰਟੀ ਸ਼ੁਰੂ हुई है। ਤੁਹਾਡੀ ਜ਼ਿੰਦਗੀ ਦੀ ਫਿਰ ਅਭੀ ਤਾਂ ਪਾਰਟੀ ਸ਼ੁਰੂ हुई है, ਸ਼ਾਇਦ ਅਜੇ ਹੋਈ ਨਹੀਂ ਸ਼ੁਰੂ, ਹੈ ਨਾ। ਤਾਂ ਫਿਰ ਤੁਹਾਡੀ ਜ਼ਿੰਦਗੀ ਦੀ ਪਾਰਟੀ ਸ਼ੁਰੂ ਹੋਏਗੀ ਜਦੋਂ ਤੁਸੀਂ
ਹਰ ਵੇਲੇ ਖੁਦਾ ਦੇ ਲਈ ਰੂਹ ਬਚਾਉਣ ਲਈ ਤਤਪਰ ਰਹੋਗੇ ਤੇ ਸਭ ਤੋਂ ਜ਼ਿਆਦਾ ਖਿਆਲ ਆਪਣੀ ਰੂਹ ਦਾ ਕਰੋਗੇ ਕਿਉਂਕਿ ਉਹਨੂੰ ਤੁਹਾਡੀ ਰੂਹ ਓਨੀ ਪਸੰਦ ਆ ਜਿੰਨੀ ਉਹਨੇ ਬਾਕੀ ਕਿਉਂਕਿ ਉਹਨੂੰ ਅੰਦਰ ਜੀ ਹੁੰਦਾ ਇਸ ਕਰ ਜੋਤੀ ਨੂੰ ਉਹ ਆਖਰੀ ਦਮ ਤੱਕ ਆਪਣੇ ਨਾਲ ਬਿਠਾ ਕੇ ਬੈਠਾ ਰਿਹਾ ਸੱਜੇ ਹੱਥ ਕਿ ਉਹਨੂੰ ਹੱਥ ਨਾਲ ਖਿਲਾਇਆ ਤੇ ਤੁਹਾਡੀ ਰੂਹ ਦੇ ਵਿੱਚ ਵੀ ਉਹਨੂੰ ਬਹੁਤ ਦਿਲਚਸਪੀ ਆ ਹਰ ਕਿਸੇ ਦੀ ਉਹ ਇੱਕ ਦਾ ਵੀ ਨਾਸ਼ ਨਹੀਂ ਹੋਣਾ ਚਾਹੁੰਦਾ ਤੇ ਜੇ ਉਹਨੂੰ ਇੱਕ ਦਾ ਵੀ ਨਾਸ਼ ਹੋਣ ਦੇਣਾ ਚਾਹੁੰਦਾ ਤੇ ਤੁਸੀਂ ਵੀ ਚਾਹੋ ਕਿ ਇੱਕ ਦਾ ਵੀ ਨਾਸ਼ ਨਾ ਹੋਵੇ ਤੁਹਾਡੇ ਮਹੱਲੇ ਦੇ ਵਿੱਚ ਇੱਕ ਦਾ ਵੀ ਨਾਸ਼ ਨਾ ਹੋਵੇ ਤੁਹਾਡੇ ਪਿੰਡ ਦੇ ਵਿੱਚ ਇੱਕ ਦਾ ਵੀ ਨਾਸ਼ ਨਾ ਹੋਵੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਇੱਕ ਦਾ ਵੀ ਨਾਸ਼ ਨਾ ਹੋਵੇ ਤੁਹਾਡੇ ਦੇਸ਼ ਦੇ ਵਿੱਚ ਤਾਂ ਕਿ ਫਿਰ ਤੁਸੀਂ ਕਹਿ ਸਕੋ ਕਿ ਪਾਕਿਸਤਾਨ ਪਾਕ ਪਵਿੱਤਰ ਧਰਤੀ ਦੀ ਪਵਿੱਤਰਤਾ ਜਿਹੜੀ ਆ ਹੁਣ ਇਹਦੇ ਤੇ ਰਾਜ ਕਰਦੀ ਆ ਪਵਿੱਤਰਤਾ ਉਦੋਂ ਰਾਜ ਕਰੂਗੀ ਜਦੋਂ ਸਾਰੇ ਹੀ ਪਵਿੱਤਰਤਾ ਦੇ ਪਿੱਛੇ ਦੌੜਨਗੇ ਕਿ ਕਹਿਣਗੇ ਕਿ ਅਸੀਂ ਹੁਣ ਪਾਕ ਪਵਿੱਤਰਤਾ ਹਰ ਥਾਂ ਦੇ ਉੱਤੇ ਡਿਲੀਵਰ ਕਰਨੀ ਹੈ ਇੰਜੈਕਟ ਕਰਨੀ ਹੈ ਅਸੀਂ ਪਾਕ ਪਵਿੱਤਰਤਾ ਜਿਹੜੀ ਹਰ ਥਾਂ ਦੇ ਉੱਤੇ ਜਾਊਗੀ ਨਾ ਜਦੋਂ ਸਾਰੇ ਗਲਤੀਆਂ ਨੂੰ ਨਫ਼ਰਤ ਕਰਨਗੇ ਮਤਲਬ ਚੁਗਲੀਆਂ ਨੂੰ ਨਫ਼ਰਤ ਕਰਨਗੇ ਸਾਰੇ ਜਿਹੜੇ ਹੋਰ ਮਤਲਬ ਬਦੀਆਂ ਨੂੰ ਨਫ਼ਰਤ ਕਰਨਗੇ ਨੇਕੀਆਂ ਨੂੰ ਹਰ ਵੇਲੇ ਜਦੋਂ ਨੇਕੀ ਦਾ ਸੂਰਜ ਚੜੂਗਾ ਨੇਕੀ ਦਾ ਸੂਰਜ ਡੁੱਬੂਗਾ ਇੱਥੇ ਬੁਰੇ ਵਕਤ ਵਿੱਚ ਵੀ ਹੋ ਸਕਦਾ ਕਿਉਂਕਿ ਜਿਹੜੀ ਜਦੋਂ ਤੁਸੀਂ ਮੰਨਦੇ ਆ ਜਿਹੜਾ ਕੁਝ ਉਹ ਹੁੰਦਾ ਆ ਤੁਸੀਂ ਜਦੋਂ ਪਹਿਲਾਂ ਹੀ ਕਹਿਣਾ ਸ਼ੁਰੂ ਹੋ ਜਾਂਦੇ ਉਹ ਹੋ ਜਾਂਦਾ ਹੈ ਮੈਂ ਇੱਥੇ ਕਾਫੀ ਲੋਕਾਂ ਨੂੰ ਜਾਣਦੀ ਜਿਨ੍ਹਾਂ ਨੇ ਕਦੀ ਇਹ ਕਿਹਾ ਸੀਗਾ ਕਿ ਮੇਰੇ ਕੋਲ ਫਲਾਨੀ ਚੀਜ਼ ਹੋਊਗੀ ਮੇਰੇ ਕੋਲ ਚਰਚ ਹੋਊਗਾ ਮੇਰੇ ਕੋਲ ਸਟੂਡੀਓ ਹੋਊਗਾ ਮੇਰੇ ਕੋਲ ਆ ਹੋਊਗਾ ਖੁਦਾ ਨੇ ਕਰਤਾ ਐਸੇ ਤਰ੍ਹਾਂ ਜੇ ਤੁਸੀਂ ਕਹੀ ਜਾਓ ਕਿ ਮੈਂ ਇੱਥੇ ਜੋ ਨਵਾਂ ਦੇ ਇੱਕ ਬੱਚੇ ਨੂੰ ਜਿਹੜਾ ਨਾ ਉਹ ਠੀਕ ਖੁਦਾ ਦੇ ਨਾਲ ਜੋੜ ਕੇ ਹਟਣਾ ਇੱਕ ਬੱਚਾ ਜੋ ਨਵਾਂ ਦਾ ਖੁਦਾ ਨਾਲ ਜੁੜੂਗਾ ਇੱਕ ਬੱਚਾ ਜੋ ਨਵਾਂ ਦਾ ਖੁਦਾ ਨਾਲ ਜੁੜੂਗਾ ਇੱਕ ਬੱਚਾ ਖੁਦਾ ਨਾਲ ਜੁੜੂਗਾ ਇੱਕ ਕੁੜੀ ਜਿਹੜੀ ਆਪਣਾ ਆਪ ਖੁਦਾ ਨੂੰ ਦੇਗੀ ਇੱਕ ਕੁੜੀ ਉਹਦੀ ਦੁਲਹਨ ਆਪਣੇ ਆਪ ਨੂੰ ਤਿਆਰ ਕਰੇਗੀ ਇੱਕ ਜਿਹੜੀ ਮਾਂ ਆ ਉਹ ਆਪਣੇ ਬੱਚੇ ਨੂੰ ਤਿਆਰ ਕਰੇਗੀ ਹੋਏਗਾ ਹੋ ਕੇ ਰਹੇਗਾ ਖੁਦਾ ਯਿਸੂ ਮਸੀਹ ਤਾਕਤ ਦੇ ਖੁਦਾ ਯਿਸੂ ਮਸੀਹ ਤਾਕਤ ਦੇ ਉਹ ਤੁਹਾਨੂੰ ਫਿਰ ਉਹ ਤਾਕਤ ਦੇਗਾ ਮੈਂ ਇਸ ਕਰਦੀ ਹਾਂ ਕਿ ਅੱਜ ਦਾ ਦਿਨ ਤੁਸੀਂ ਇੰਜੋਏ ਕੀਤਾ ਕਿਉਂਕਿ ਮੈਂ ਤੁਹਾਨੂੰ ਅੱਜ ਦੇ ਬੱਚੇ ਨੂੰ ਡਿਲੀਵਰ ਕਰਦੇ ਬਹੁਤ ਖੁਸ਼ੀ ਹੋਈ ਹੱਸਦੇ ਰਹੋ ਵਸਦੇ ਰਹੋ ਖੁਦਾ ਯਿਸੂ ਮਸੀਹ ਦੀ ਪਾਕ ਪਵਿੱਤਰ ਹਜ਼ੂਰੀ ਹਮੇਸ਼ਾ ਤੁਹਾਡੇ ਘਰਾਣਿਆਂ ਦੇ ਉੱਤੇ ਤੁਹਾਡੇ ਉੱਤੇ ਤੇ ਤੁਹਾਡੇ ਚਾਹਣ ਵਾਲਿਆਂ ਉੱਤੇ ਤੁਹਾਡੇ ਦੁਸ਼ਮਣਾਂ ਉੱਤੇ ਵੀ ਹਮੇਸ਼ਾ ਉਹਦੀ ਮਿਹਰ ਹੁੰਦੀ ਰਹੇ ਆਮੀਨ ਜੈ ਮਸੀਹ ਦੀ ਹਰ ਸ਼ੈ ਮਸੀਹ ਤੁਸੀਂ ਕੁਲਵਿੰਦਰ ਕਿੰਦਰ ਮੈਂ ਮਸੀਹ ਦੀ